ਸਿਮਰੋ ਅੰਗਦ ਦੋਖ ਨਿਕੰਦਨ। ਅਮਰਦਾਸ ਗੁਰ ਹਿਰਦੈ ਧਿਆਵੋ, ਹਿਰਦੈ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ਼੍ਰੀ ਅਰਜਨ ਬਿਘਨਨ ਕੇ ਨਾਸ਼ਕ, ਬਿਘਨਨ ਕੇ ਨਾਸ਼ਕ। ਸ੍ਰੀ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ੍ਰੀ ਹਰਿ ਰਾਇ ਨਾਮੋ ਕਰ ਜੋਰੀ, ਨਾਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ। ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਧਰੋਂ ਧਰਾ ਪਰ ਪੁੰਨ ਪੁੰਨ ਸੀਸਾ, ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਏਕੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸ਼ਨ ਸੋਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਅਪਰ ਸੁਨੋ ਜਸ ਪ੍ਰੇਮਾ ਭਗਤ, ਜਿਹ ਸਮ ਅਪਰ ਨਾ ਸੁਖ ਦੇ ਜਗਤ। ਅਪਰ ਸੁਨੋ ਜਸ ਪ੍ਰੇਮਾ ਭਗਤ। ਸੱਚੇ ਪਾਤਸ਼ਾਹ, ਗਰੀਬ ਨਵਾਜ, ਦੀਨ ਦੁਨੀਆ ਦੇ ਮਾਲਕ, ਚਬਰ ਛਤਰ ਤਖਤ ਦੇ ਮਾਲਕ, ਸਮਰੱਥ ਗੁਰੂ, ਪਰਤਖ ਗੁਰੂ, ਦੀਨ ਦਿਆਲ, ਕਿਰਪਾਲ, ਅੰਤਰਜਾਮੀ, ਪੂਰਨ ਪਾਰ ਬ੍ਰਹਮ ਪਰਮੇਸ਼ਰ, ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ। ਧੰਨ 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 ਸਤਿਗੁਰੂ ਗਰੀਬ ਨਵਾਜ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਨਾਲ ਜਿਤਨੀ ਵੀ ਸੰਗਤ ਆਪ ਜੀ ਸਤਿਗੁਰੂ ਜੀ ਦੇ ਹਜ਼ੂਰ ਹਾਜ਼ਰ ਹੋ, ਦੋਵੇਂ ਹੱਥ ਜੋੜ ਕੇ ਪਿਆਰ ਸਤਿਕਾਰ ਨਾਲ ਆਖੋ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏਮਾਨ ਸਾਧ ਸੰਗਤ ਜੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ। ਆਪ ਜੀ ਸਿੱਖ ਸੰਗਤਾਂ ਬੜੇ ਹੀ ਪਿਆਰ ਨਾਲ ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿੱਚ ਸੱਜ ਕੇ ਬੈਠੇ ਹੋ। ਸੱਚੇ ਪਾਤਸ਼ਾਹ ਗਰੀਬ ਨਵਾਜ ਮਹਾਰਾਜ ਜੀ ਨੇ ਮਿਹਰ ਕੀਤੀ, ਬਖਸ਼ਿਸ਼ ਕੀਤੀ ਹੈ।
ਲੜੀਵਾਰ ਗੁਰੂ ਜੀ ਦਾ ਇਤਿਹਾਸ ਆਪ ਜੀ ਸੁਣਨ ਵਾਸਤੇ ਸੁਭਾਏਮਾਨ ਹੋ। ਗੋਇੰਦਵਾਲ ਸਾਹਿਬ, ਧੰਨ ਗੁਰੂ ਅਮਰਦਾਸ ਸਾਹਿਬ, ਤੀਸਰੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਬੈਠੇ ਹੈ। 3 ਗੁਰੂ ਕੇ ਪਿਆਰੇ ਸਿੱਖ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਆਏ ਹਨ। ਉਹ ਆਪ ਜੀ ਨੇ ਸਰਵਣ ਕੀਤਾ। ਭਾਈ ਖਾਨੂ ਜੀ, ਭਾਈ ਮਈਆ ਜੀ। ਖਾਨੂ ਜੀ ਤੇ ਮਾਈਆ ਜੀ ਪਿਓ ਪੁੱਤਰ ਹਨ। ਇਹਨਾਂ ਦੇ ਨਾਲ ਇੱਕ ਤੀਸਰਾ ਹੋਰ ਗੁਰੂ ਦਾ ਪਿਆਰਾ ਆਇਆ ਹੈ, ਜਿਹਦਾ ਨਾਮ ਭਾਈ ਗੋਬਿੰਦ ਭੰਡਾਰੀ ਹੈ। ਤਿੰਨਾਂ ਨੇ ਆ ਕੇ ਮਹਾਰਾਜ ਜੀ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਅਸੀਂ ਕਲਯੁਗੀ ਜੀਵ ਹਾਂ, ਆਪ ਜੀ ਦੀ ਸ਼ਰਨ ਵਿੱਚ ਆਏ ਹਾਂ, ਮਹਾਰਾਜ ਸਾਡੇ 'ਤੇ ਕਿਰਪਾ ਕਰੋ। ਗੁਰੂ ਸਾਹਿਬ ਜੀ ਨੇ ਇਹਨਾਂ ਨੂੰ ਉਪਦੇਸ਼ ਦਿੱਤਾ, ਭਾਈ ਪਰਮੇਸ਼ਰ ਦੀ ਭਗਤੀ ਕਰਿਆ ਕਰੋ। ਮਹਾਰਾਜ ਭਗਤੀ ਕਿਵੇਂ ਕਰੀਦੀ ਹੈ, ਭਗਤੀ ਕੀ ਹੁੰਦੀ ਹੈ, ਮਹਾਰਾਜ ਸਾਨੂੰ ਨਹੀਂ ਪਤਾ। ਗੁਰੂ ਸਾਹਿਬ ਜੀ ਨੇ ਫਿਰ ਇਹਨਾਂ ਨੂੰ ਸਮਝਾਇਆ 9 ਤਰ੍ਹਾਂ ਦੀ ਭਗਤੀ ਹੁੰਦੀ ਹੈ, 9 ਤਰ੍ਹਾਂ ਦੀ। ਕੱਲ ਤੁਸੀਂ ਉਹ ਸਰਵਣ ਕੀਤਾ ਸੀਗਾ। ਇੱਕ ਨਵਦਾ ਭਗਤ ਹੈ, ਇੱਕ ਪ੍ਰੇਮਾ ਭਗਤ ਹੈ। ਪ੍ਰੇਮਾ ਭਗਤੀ ਵੱਖਰੀ ਹੈ ਤੇ ਨਵਦਾ ਭਗਤੀ ਵੱਖਰੀ ਹੈ। ਨਵਦਾ ਭਗਤੀ ਉਹ ਹੈ ਜਿਹੜੀ ਗੁਰੂ ਦੇ ਪਿਆਰੇ ਨੇਮ ਦੇ ਨਾਲ ਕਰਦੇ ਹੈ। ਉਹਨਾਂ ਨੇਮਾਂ ਵਿੱਚੋਂ ਤੁਸੀਂ ਸੁਣਿਆ, ਹਰ ਰੋਜ਼ ਆਪਣੇ ਗੁਰੂ ਦੀ ਕਥਾ ਸੁਣਨੀ, ਇਹ ਵੀ ਭਗਤੀ ਹੈ। ਕਥਾ ਕਰਨੀ ਵੀ ਇੱਕ ਭਗਤੀ ਹੈ। ਪਰਮੇਸ਼ਰ ਦਾ ਨਾਮ ਜਪਣਾ, ਸਵਾਸ ਸਵਾਸ ਉਸ ਵਾਹਿਗੁਰੂ ਜੀ ਨੂੰ ਚੇਤੇ ਕਰਨਾ, ਭਜਨ ਕਰਨਾ, ਗੁਰੂ ਸਾਹਿਬ ਜੀ ਨੇ ਭਗਤੀ ਦੱਸੀ। ਉੱਠਦਿਆਂ ਬੈਠਦਿਆਂ ਨਾਮ ਜਪਣਾ, ਆਪਣੇ ਗੁਰੂ ਸਾਹਿਬ ਨੂੰ ਭਗਵਾਨ ਜਾਣ ਕੇ ਉਹਨਾਂ ਦੀ ਸੇਵਾ ਕਰਨੀ, ਸੰਤਾਂ ਰੱਬ ਦੇ ਪਿਆਰਿਆਂ ਦੇ ਚਰਨਾਂ ਦੀ ਸੇਵਾ ਕਰਨੀ, ਪ੍ਰਸ਼ਾਦਾ ਛਕਾਉਣਾ, ਗੁਰੂ ਘਰ ਜਾਣਾ, ਗੁਰੂ ਨੂੰ ਨਮਸਕਾਰ ਕਰਕੇ ਪਰਿਕਰਮਾ ਕਰਨੀ, ਧੂਪ ਦਿਖਾਉਣਾ, ਚੰਦਨ ਚੜਾਉਣਾ, ਆਪਣੇ ਆਪ ਨੂੰ ਨੀਵੇਂ ਜਾਣਨਾ, ਪਰਮੇਸ਼ਰ ਨੂੰ ਮਾਲਕ ਜਾਣਨਾ, ਪਰਮੇਸ਼ਰ ਨੂੰ ਆਪਣਾ ਪਤੀ ਜਾਣਨਾ। ਇਹ ਸਾਰੀ 9 ਪ੍ਰਕਾਰ ਦੀ ਭਗਤੀ ਮਹਾਰਾਜ ਨੇ ਉਚਾਰਨ ਕੀਤੀ ਜੀ। ਤੇ ਅਖੀਰ ਤੇ ਗੁਰੂ ਅਮਰਦਾਸ ਸਾਹਿਬ ਨੇ ਇਹ ਕਿਹਾ, ਪਿਆਰਿਓ ਭਗਤੀ ਕਰੋ ਸਹੀ, ਇਹਨਾਂ ਵਿੱਚੋਂ ਜਿਹੜਾ ਇੱਕ ਵੀ ਭਗਤੀ ਕਰ ਲੇਗਾ ਨਾ, ਉਹਦਾ ਪਾਰ ਉਤਾਰਾ ਹੋ ਜਾਏਗਾ। ਗੱਜ ਕੇ ਆਖੋ ਵਾਹਿਗੁਰੂ। ਕੱਲ ਇਹਨਾਂ ਨੇਮਾਂ ਦੇ ਬਾਰੇ ਥੋੜ੍ਹਾ ਥੋੜ੍ਹਾ ਖੋਲ੍ਹ ਕੇ ਦੱਸਣ ਦਾ ਆਪ ਜੀ ਨੂੰ ਯਤਨ ਕੀਤਾ ਸੀਗਾ। ਇਹ ਮੈਂ ਤਾਂ ਦਾਸ ਨੇ ਦੁਬਾਰਾ ਬੇਨਤੀ ਕੀਤੀ ਹੈ। ਅਸੀਂ ਕਲਯੁਗੀ ਬੰਦੇ ਬਾਰ-ਬਾਰ ਭੁੱਲ ਜਾਂਦੇ ਹਾਂ। ਸੰਸਾਰ ਦੇ ਕੰਮਕਾਰ ਬੜੇ ਹੁੰਦੇ ਆ, ਹੋਰ ਗੱਲਾਂ ਬੜੀਆਂ ਹੁੰਦੀਆਂ ਨੇ, ਇਸ ਕਰਕੇ ਤੱਤ ਦੀਆਂ ਗੱਲਾਂ ਜਿਹੜੀਆਂ ਨੇ ਨਾ, ਉਹ ਸਾਨੂੰ ਕਲਯੁਗੀ ਲੋਕਾਂ ਨੂੰ ਭੁੱਲ ਜਾਂਦੀਆਂ ਨੇ ਜੀ। ਸੋ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਕਿਰਪਾ ਕੀਤੀ। ਨਵਦਾ ਭਗਤੀ ਦਾ ਖੋਲ੍ਹ ਕੇ ਮਹਾਰਾਜ ਨੇ ਜ਼ਿਕਰ ਕੀਤਾ। ਹੁਣ ਮਹਾਰਾਜ ਕਹਿੰਦੇ ਪ੍ਰੇਮਾ ਭਗਤੀ ਦਾ ਜ਼ਿਕਰ ਸੁਣੋ, ਪ੍ਰੇਮਾ ਭਗਤੀ ਦਾ। ਸੰਗਤ ਜੀ, ਇਹਨਾਂ ਵਿੱਚੋਂ ਕੋਈ ਇੱਕ ਵੀ ਤੁਸੀਂ ਕਰ ਲਓ, ਤੁਹਾਡਾ ਭਲਾ ਹੋ ਜਾਏਗਾ ਜੀ। ਪਰ ਬੰਦਾ ਉਦਮ ਕਰੇ ਤੇ ਸਹੀ ਜੀ। ਮਹਾਰਾਜ ਬਾਣੀ ਵਿੱਚ ਸ੍ਰੀ ਗੁਰੂ ਰਾਮਦਾਸ ਸਾਹਿਬ ਕਿਰਪਾ ਕਰਦੇ ਹੈ, ਕਹਿੰਦੇ ਵੇਖੋ ਕਿਰਸਾਨ ਜਿਹੜਾ ਹੈ ਉਹ ਉਦਮ ਕਰਦਾ ਹੈ, ਹਲ ਜੋਤਦਾ ਹੈ, ਉਦਮ ਕਰਦਾ, ਮਿਹਨਤ ਕਰਦਾ ਹੈ ਕਿ ਮਨ ਦੀ ਇਹ ਇੱਛਾ ਹੁੰਦੀ ਵੀ ਮੇਰਾ ਧੀ ਪੁੱਤ ਖਾਏਗਾ। ਪਰ ਜੇ ਉਹ ਉਦਮ ਹੀ ਨਾ ਕਰੇ ਤੇ ਫਿਰ ਕਿਵੇਂ ਗੱਲ ਬਣੇਗੀ। ਇਹ ਭਗਤੀ 9 ਤਰ੍ਹਾਂ ਦੀ ਹੈ। ਉਦਮ ਤੇ ਕਰਨਾ ਪਏਗਾ। ਭਾਵੇਂ ਕਥਾ ਵੀ ਸੁਣਨੀ ਹੈ ਨਾ, ਇਹਦੇ ਵਾਸਤੇ ਵੀ ਉਦਮ ਦੀ ਲੋੜ ਹੈਗੀ ਹੈ। ਬਿਨਾਂ ਉਦਮ ਤੋਂ ਤੇ ਸਾਧ ਸੰਗਤ ਕਥਾ ਵੀ ਨਹੀਂ ਸੁਣੀ ਜਾਂਦੀ, ਬੰਦਾ ਜਿੰਨਾ ਮਰਜ਼ੀ ਯਤਨ ਕਰੇ। ਤੋ ਗੁਰੂ ਘਰ ਆਉਣਾ, ਵੇਖੋ ਇੱਥੇ ਆਏ ਹੋ ਤੁਸੀਂ, ਕਿੰਨੀਆਂ ਭਗਤੀਆਂ ਇਕੱਠੀਆਂ ਹੋ ਰਹੀਆਂ ਜੀ। ਗੁਰੂ ਘਰ ਵੀ ਆਏ ਹੋ, ਮਹਾਰਾਜ ਨੂੰ ਮੱਥਾ ਵੀ ਟੇਕਿਆ, ਪਰਿਕਰਮਾ ਵੀ ਕੀਤੀ ਹੈ, ਆਪਣੇ ਆਪ ਨੂੰ ਨੀਵਾਂ ਵੀ ਜਾਣ ਰਹੇ ਹੋ, ਗੁਰੂ ਜੀ ਦੀ ਕਥਾ ਵੀ ਸੁਣ ਰਹੇ ਹੋ, ਪ੍ਰੇਮ ਨਾਲ ਵਿੱਚ ਵਿੱਚ ਵਾਹਿਗੁਰੂ ਵੀ ਕਹਿ ਲੈਂਦੇ ਹੋ। ਕਿੰਨੀਆਂ ਵੇਖੋ ਭਗਤੀਆਂ ਇਕੱਠੀਆਂ ਹੀ ਹੋ ਰਹੀਆਂ ਜੀ। ਸੋ ਗੁਰੂ ਘਰ ਆਉਣ ਦਾ ਕਿੰਨਾ ਜ਼ਿਆਦਾ ਲਾਭ ਹੈ ਜੀ। ਔਰ ਇਹਦਾ ਬੰਦੇ ਨੂੰ ਬਾਅਦ ਵਿੱਚ ਪਤਾ ਲੱਗਣਾ, ਜਦੋਂ ਰਿਜ਼ਲਟ ਨਿਕਲਣਾ ਜੀ। ਫਿਰ ਵੇਖਿਓ ਇਹ ਫਲੀ ਭੂਤ ਹੁੰਦਾ, ਪਤਾ ਲੱਗਦਾ। ਸੋ ਹੁਣ ਇਹਦੇ ਤੋਂ ਅੱਗੇ ਆਪਾਂ ਕਥਾ ਸਰਵਣ ਕਰਨੀ ਹੈ। ਬੜੇ ਪ੍ਰੇਮ ਨਾਲ ਕਥਾ ਸੁਣੋ, ਧਿਆਨ ਨਾਲ। ਇਹ ਸਾਡੇ ਭਲੇ ਵਾਲੇ ਬਚਨ ਹਨ, ਸਾਡੇ ਕਮਾਉਣ ਵਾਲੇ ਬਚਨ ਹਨ।
ਕੇਵਲ ਸੁਣਨ ਤੇ ਸੁਣਾਉਣ ਤੱਕ ਸੀਮਤ ਨਾ ਰਹੀਏ। ਪਿਆਰ ਨਾਲ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਾਂਜੀ। ਸ਼੍ਰੀ ਵਾਹਿਗੁਰੂ ਸਾਹਿਬ ਜੀ। ਅਪਰ ਸੁਨੋ ਜਸ ਪ੍ਰੇਮਾ ਭਗਤ। ਹੁਣ ਮਹਾਰਾਜ ਸ੍ਰੀ ਗੁਰੂ ਅਮਰਦਾਸ ਸਾਹਿਬ ਆਏ ਹੋਏ ਪ੍ਰੇਮੀਆਂ ਨੂੰ ਦੱਸ ਰਹੇ ਹੈ। ਕਹਿੰਦੇ ਹੁਣ ਪ੍ਰੇਮਾ ਭਗਤੀ ਬਾਰੇ ਸੁਣੋ। ਨਵਦਾ ਭਗਤੀ ਬਾਰੇ ਸੁਣ ਲਿਆ, ਹੁਣ ਪ੍ਰੇਮਾ ਭਗਤੀ ਬਾਰੇ ਸੁਣੋ। ਹਾਂਜੀ। ਜਿਹ ਸਮ ਅਪਰ ਨ ਸੁਖ ਦੇ ਜਗਤ। ਨਵਦਾ ਭਗਤੀ ਵੀ ਬੜੀ ਚੰਗੀ ਹੈ, ਉਹਦੇ ਵਿੱਚ ਵੀ ਬੜੇ ਗੁਣ ਹਨ, ਪਰ ਪ੍ਰੇਮਾ ਭਗਤੀ ਤੋਂ ਤੇ ਵੱਡਾ ਹੀ ਕੋਈ ਨਹੀਂ ਨਾ ਹੈਗਾ ਜੀ। ਪ੍ਰੇਮਾ ਭਗਤੀ ਵਿੱਚ ਬੜੇ ਸੁੱਖ ਹਨ। ਹਾਂਜੀ। ਤਰਵਰ ਫਲ ਪੂਰਬ ਹੋਏ ਸਾਵਾ। ਕਹਿੰਦੇ ਜਿਵੇਂ ਰੁੱਖ ਦਾ ਕੋਈ ਫਲ ਹੁੰਦਾ ਜੀ, ਮੰਨ ਲਓ ਅੰਬ ਹੀ ਹੈ, ਤੇ ਉਹ ਅੰਬ ਪਹਿਲਾਂ ਕੀ ਹੁੰਦਾ ਜੀ, ਹਰੇ ਰੰਗ ਦਾ ਹੁੰਦਾ ਜੀ। ਹਾਂਜੀ। ਸਵਾਦ ਵਿਖੈ ਕੌਰਾ ਲਖ ਪਾਵਾ। ਤੇ ਉਹ ਹਰਾ ਤੁਸੀਂ ਛਕੋਗੇ ਨਾ, ਕੌੜਾ ਹੋਏਗਾ, ਬਹੁਤ ਖੱਟਾ ਹੋਏਗਾ ਜੀ, ਖਾਧਾ ਨਹੀਂ ਜਾਏਗਾ ਜੀ। ਪਰ ਜੇ ਉਹ ਰੁੱਖ ਦੇ ਨਾਲ ਲੱਗਾ ਰਵੇ, ਉਹਨੂੰ ਕੋਈ ਤੋੜੇ ਨਾ। ਹਾਂਜੀ। ਪੁਨ ਪੀਰੋ ਤਬ ਲਹਿ ਤੁਰ ਛਾਈ। ਤੇ ਫਿਰ ਕੀ ਹੋਏਗਾ ਜੀ, ਫਿਰ ਉਹ ਪੀਲੇ ਰੰਗ ਦਾ ਹੋ ਜਾਏਗਾ, ਪੀਲੇ ਰੰਗ ਦਾ ਹੋ ਜਾਏਗਾ। ਤੇ ਵਾਹਿਗੁਰੂ ਉਹਦੇ ਤੋਂ ਪਹਿਲਾਂ ਵੀ ਇੱਕ ਰੰਗ ਹੁੰਦਾ ਜੇ, ਉਹ ਲਾਲ ਜਿਹਾ ਹੋ ਜਾਂਦਾ ਜੀ। ਤੇ ਜਦੋਂ ਲਾਲ ਹੋ ਜਾਂਦਾ ਜੀ, ਫਿਰ ਖੱਟਾ ਹੋ ਜਾਂਦਾ ਜੀ, ਫਿਰ ਅੰਬ ਪੀਲਾ ਹੋ ਜਾਂਦਾ ਜੀ, ਜੇ ਲੱਗਾ ਰਵੇ ਤੇ। ਹਾਂਜੀ। ਬ੍ਰਿਕਸ਼ ਬੀਚ ਤੇ ਲੈ ਰਸ ਪਾਈ। ਤੇ ਫਿਰ ਕੀ ਜੀ, ਬ੍ਰਿਕਸ਼ ਦੇ ਪਿੱਛੋਂ ਵਿੱਚ ਉਹਦੇ ਅੰਦਰ ਰਸ ਪੈਂਦਾ ਜੀ, ਉਸ ਫਲ ਦੇ ਅੰਦਰ। ਜਿੱਥੇ ਬਾਹਰ ਦਾ ਰੰਗ ਸਾਧ ਸੰਗਤ ਜੀ ਉਹਦਾ ਬਦਲਦਾ ਹੈ, ਉਹਦੇ ਸਵਾਦ ਦਾ ਵੀ ਫਰਕ ਪੈ ਜਾਂਦਾ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ। ਪੁਨ ਪਾਕੋ ਹੋਵਹਿ ਰੰਗ ਲਾਲ। ਇਹ ਤੇ ਅੰਬ ਦੀ ਗੱਲ ਕੀਤੀ, ਉਂਝ ਆਮ ਫਲ ਦੀ ਗੱਲ ਕਰੀਏ, ਪਹਿਲਾਂ ਹਰਾ ਰੰਗ ਹੋ ਜਾਏਗਾ, ਫਿਰ ਪੀਲਾ ਹੋ ਜਾਏਗਾ, ਫਿਰ ਜਦੋਂ ਪੱਕ ਜਾਂਦਾ ਫਿਰ ਲਾਲ ਰੰਗ ਦਾ ਹੋ ਜਾਂਦਾ ਫਲ ਜੀ। ਹਾਂਜੀ। ਸਵਾਦ ਪਾਏ ਸੋ ਮధుਰ ਬਿਸਾਲ। ਪਹਿਲਾਂ ਹੁੰਦਾ ਕੌੜਾ, ਕੌੜਤਨ ਬਦਲ ਜਾਂਦੀ ਖਟਾਸ ਵਿੱਚ। ਗੱਜ ਕੇ ਆਖੋ ਵਾਹਿਗੁਰੂ। ਤੇ ਸਮੇਂ ਦੇ ਨਾਲ ਉਹ ਖੱਟਾ ਵੀ ਨਹੀਂ ਰਹਿੰਦਾ ਸਾਧ ਸੰਗਤ ਜੀ, ਉਹ ਮਿੱਠਾ ਹੋ ਜਾਂਦਾ ਜੀ, ਉਹ ਮਿੱਠਾ ਹੋ ਜਾਂਦਾ ਜੀ, ਉਹਦਾ ਸਵਾਦ ਬਦਲ ਜਾਂਦਾ ਜੀ। ਹਾਂਜੀ। ਤਿਮ ਪਰਮੇਸ਼ਰ ਪ੍ਰੇਮੀ ਹੋਏ। ਹਾਂਜੀ। ਤਿਨ ਕੇ ਲਛਣ ਇਸ ਵਾਹ। ਬਿਦ ਜੋਏ। ਵੇਖੋ ਕਮਾਲ ਦੀ ਗੱਲ ਹੈ, ਧੰਨ ਗੁਰੂ ਅਮਰਦਾਸ ਸਾਹਿਬ ਸਾਨੂੰ ਸਮਝਾ ਰਹੇ ਪ੍ਰੇਮ ਨਾਲ ਹੈ। ਮਹਾਰਾਜ ਕਹਿੰਦੇ ਜਿਵੇਂ ਫਲ ਦਾ ਰੰਗ ਬਦਲਦਾ ਜਾਂਦਾ, ਤੇ ਰੰਗ ਦੇ ਨਾਲ ਨਾਲ ਉਹਦੇ ਅੰਦਰ ਦਾ ਸਵਾਦ ਬਦਲਦਾ ਜਾਂਦਾ ਜੀ। ਕਹਿੰਦੇ ਇਸੇ ਤਰ੍ਹਾਂ ਰੱਬ ਦੇ ਜਿਹੜੇ ਪ੍ਰੇਮੀ ਹੈ ਨਾ, ਉਹਨਾਂ ਦੇ ਲੱਛਣ ਵੀ ਇਸ ਤਰ੍ਹਾਂ ਦੇ ਹੁੰਦੇ ਜੀ। ਹਾਂਜੀ। ਪ੍ਰਥਮ ਰੁਦਨ ਕਰਤ ਚਿਤ ਚਾਹੈ। ਪਹਿਲਾਂ ਤੇ ਪਰਮੇਸ਼ਰ ਦੇ ਦਰਸ਼ਨਾਂ ਵਾਸਤੇ ਉਹ ਬੜਾ ਰੋਂਦੇ ਵੀ ਹੈਗੇ ਆ, ਬੜਾ ਬੈਰਾਗ ਕਰਦੇ ਆ। ਹਾਂਜੀ। ਪ੍ਰੀਤਮ ਦਰਸ਼ਨ ਧਰਤ ਉਮਾ ਹੈ। ਤੇ ਪਰਮੇਸ਼ਰ ਦੇ ਦਰਸ਼ਨਾਂ ਦੀ ਇੱਛਾ ਰੱਖਦੇ ਆ ਕਿ ਸਾਨੂੰ ਵਾਹਿਗੁਰੂ ਦੇ ਦਰਸ਼ਨ ਹੋਣ। ਹਾਂਜੀ। ਵਿਛਰੇ ਹਮ ਜਾਂ ਤੇ ਦੁਖ ਪਾਵੈ। ਮਹਾਰਾਜ ਕਹਿਣ ਲੱਗੇ ਪਹਿਲਾਂ ਪਹਿਲਾਂ ਬੰਦਾ ਸੋਚਦਾ ਵੀ ਮੈਂ ਵਾਹਿਗੁਰੂ ਤੋਂ ਵਿਛੜਿਆ ਹੋਇਆ ਜੀ, ਇਸੇ ਕਰਕੇ ਦੁੱਖ ਨੇ ਜੀ। ਜਿੱਦਣ ਰੱਬ ਨਾਲ ਮਿਲਾਪ ਹੋ ਗਿਆ ਨਾ, ਦੁੱਖ ਵਿੱਚ ਵੀ ਬੰਦਾ ਦੁਖੀ ਨਹੀਂ ਹੁੰਦਾ ਜੀ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ। ਹਾਂਜੀ। ਦੀਰਘ ਸਵਾਸਨ ਲੈ ਪਛਤਾਵੈ। ਮੈਂ ਪਰਮੇਸ਼ਰ ਤੋਂ ਵਿਛੜਿਆ, ਦੁੱਖ ਪਾਉਂਦਾ, ਤੇ ਪਰਮੇਸ਼ਰ ਦਾ ਪਿਆਰਾ ਜਿਹੜਾ ਨਾ, ਉਹ ਲੰਬੇ ਲੰਬੇ ਸਾਹ ਲੈਂਦਾ ਜੀ। ਮੇਰਾ ਕਦੋਂ ਮਿਲਾਪ ਹੋਏਗਾ ਵਾਹਿਗੁਰੂ ਦੇ ਨਾਲ। ਹਾਂਜੀ। ਰੋਮਾਂਚਿਤ ਹੋਏ ਗਦ ਗਦ ਬਾਨੀ। ਹਾਂਜੀ। ਕਬ ਗੁਣ ਗਾਏ ਕੇ ਤੂਸ਼ਨ ਠਾਨੀ। ਤੇ ਫਿਰ ਨਾ ਜੀ ਪਰਮੇਸ਼ਰ ਦਾ ਪਿਆਰਾ, ਪਰਮੇਸ਼ਰ ਜੀ ਦੇ ਪਿਆਰ ਵਿੱਚ ਆ ਕੇ ਕਦੀ ਕਦੀ ਤੇ ਰੋਣ ਲੱਗ ਪੈਂਦਾ, ਤੇ ਕਦੀ ਕਦੀ ਹੱਸਣ ਲੱਗ ਪੈਂਦਾ ਜੀ। ਰੰਗ ਹੱਸੈ
ਰੰਗ ਰੋਵਹਿ ਚੁੱਪ ਭੀ ਕਰ ਜਾਹੇ। ਹੁਣ ਸਾਧ ਸੰਗਤ ਜੀ ਜਿਹੜੇ ਨਾਮ ਜਪਦੇ ਆ ਅਭਿਆਸੀ ਪੁਰਸ਼ ਨੇ, ਉਹਨਾਂ ਨੂੰ ਇਹਨਾਂ ਗੱਲਾਂ ਦਾ ਪਤਾ ਜੀ, ਦੂਜੇ ਬੰਦੇ ਨੂੰ ਨਹੀਂ ਪਤਾ ਲੱਗਣਾ ਜੀ। ਇਸੇ ਕਰਕੇ ਸਾਨੂੰ ਕਥਾ ਵਿੱਚ ਬਾਰ-ਬਾਰ ਕਿਹਾ ਜਾਂਦਾ ਵੀ ਭਾਈ ਅਭਿਆਸ ਕਰੋ, ਨਾਮ ਜਪੋ, ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਜਿਹੜੇ ਅਭਿਆਸ ਕਰਦੇ ਉਹਨਾਂ ਨੂੰ ਪਤਾ ਜੀ। ਕਦੀ ਕਦੀ ਤੇ ਰੋਣ ਨੂੰ ਜੀ ਕਰਨ ਲੱਗ ਪੈਂਦਾ, ਬੜਾ ਬੈਰਾਗ ਹੁੰਦਾ, ਤੇ ਕਦੀ ਕਦੀ ਬੰਦਾ ਇੰਨੇ ਵਿਗਾਸ ਵਿੱਚ ਹੁੰਦਾ ਜੇ ਉੱਡਦਾ ਹੀ ਫਿਰਦਾ ਜੀ, ਉੱਡਦਾ ਹੀ ਫਿਰਦਾ ਜੀ। ਤਬ ਮੁਖ ਕੋ ਸਾਵਾ ਹੋਏ ਰੰਗ। ਕਹਿਣ ਲੱਗੇ ਫਿਰ ਨਾ ਵਿਛੋੜੇ ਦੇ ਵਿੱਚ ਪਰਮੇਸ਼ਰ ਦੇ ਜਦੋਂ ਬੈਰਾਗ ਆਉਂਦਾ ਤੇ ਮੁਖ ਦਾ ਰੰਗ ਕਾਲਾ ਵੀ ਹੋ ਜਾਂਦਾ ਇੱਕਦਮ ਜੀ। ਹਾਂਜੀ। ਸੁਧ ਭੂਲਹਿ ਸਭ ਆਦਿਕ ਅੰਗ। ਤੇ ਸਰੀਰ ਦੇ ਅੰਗਾਂ ਦੀ ਸੋਝੀ ਭੁੱਲ ਜਾਂਦੀ। ਮੈਂ ਦੇਖੇ ਨੇ ਜੀ, ਹਰਿਮੰਦਰ ਸਾਹਿਬ ਇੱਕ ਮਾਤਾ ਜੀ ਬੈਠੇ ਕੀਰਤਨ ਸੁਣਨ ਦੇ, ਉਹਨਾਂ ਦੇ ਨੇਤਰਾਂ 'ਚ ਹੰਝੂ ਸਨ ਤੇ ਸਰੀਰ ਦੇ ਸੋਝੀ ਕੋਈ ਨਹੀਂ ਵੀ ਮੈਂ ਕਿੱਥੇ ਬੈਠੀ ਹਾਂ ਜੀ। ਜਿਉਂ ਕੀਰਤਨ ਚੱਲਣ ਦਿਆ ਉਹ ਬੈਰਾਗ ਕਰਨ ਦੇ ਜੀ, ਕੋਈ ਨਹੀਂ ਸੋਝੀ ਰਹਿੰਦੀ ਜੀ ਉਹਨਾਂ ਨੂੰ। ਇਹੋ ਜਿਹੇ ਕਈ ਪ੍ਰੇਮੀ ਨੇ ਜੀ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਕਹਿੰਦੇ ਫਿਰ ਕੀ ਹੁੰਦਾ ਜੀ, ਬੰਦੇ ਨੂੰ ਆਪਣੇ ਸਰੀਰ ਦੀ ਵੀ ਸੋਝੀ ਨਹੀਂ ਰਹਿੰਦੀ ਜੀ। ਹਾਂਜੀ। ਜਿਉਂ ਜਿਉਂ ਵੱਧ ਹੈ ਪ੍ਰੇਮ ਵਡੇਰਾ। ਫਿਰ ਜਿਉਂ ਜਿਉਂ ਪਿਆਰ ਵਧੀ ਜਾਂਦਾ ਨਾ ਜੀ, ਜਿਉਂ ਜਿਉਂ ਪਿਆਰ ਵਧੀ ਜਾਂਦਾ। ਹਾਂਜੀ। ਤਿਉਂ ਤਿਉਂ ਹੋਤ ਆਹਾਰ ਛੁਟੇਰਾ। ਤੇ ਧੰਨ ਗੁਰੂ ਅਮਰਦਾਸ ਸਾਹਿਬ ਜੀ ਕਿਰਪਾ ਕਰਦੇ, ਕਹਿੰਦੇ ਤਿਉਂ ਤਿਉਂ ਅੰਨ ਪਾਣੀ ਛੱਡੀ ਜਾਂਦੇ ਜੀ। ਉਹ ਗੁਰਮੁਖਾਂ ਦਾ ਬੜਾ ਥੋੜਾ ਅੰਨ ਪਾਣੀ ਰਹਿ ਜਾਂਦਾ ਜੀ, ਬਹੁਤ ਥੋੜਾ ਜੀ। ਹਾਂਜੀ। ਭੂਖ ਪਿਆਸ ਕੀ ਗਮ ਹੋਏ ਥੋਰੀ। ਭੁੱਖ ਪਿਆਸ ਬਹੁਤ ਥੋੜੀ ਰਹਿ ਜਾਂਦੀ ਹੈ, ਭੁੱਖ ਪਿਆਸ ਬਹੁਤ ਥੋੜੀ ਰਹਿ ਜਾਂਦੀ ਹੈ। ਹਾਂਜੀ। ਨਿਸ ਦਿਨ ਰਹਿ ਪ੍ਰੇਮ ਮਤ ਬੋਰੀ। ਦਿਨ ਰਾਤ ਪ੍ਰੇਮ ਦੇ ਵਿੱਚ ਹੀ ਉਹ ਮਸਤ ਰਹਿੰਦੇ ਆ। ਦਾਸ ਇੱਕ ਗੁਰਮੁਖ ਦਾ ਜੀਵਨ ਪੜ੍ਹ ਰਿਹਾ ਸੀਗਾ, 9 ਮਹੀਨੇ ਲੱਕ ਨਹੀਂ ਲਾ ਕੇ ਵੇਖਿਆ ਜੀ ਬੈੱਡ ਤੇ ਉਹਨਾਂ ਨੇ, 9 ਮਹੀਨੇ ਜੀ। ਹੁਣ ਅਸੀਂ ਜਾਣਾ ਪ੍ਰਸ਼ਾਦੇ ਛਕਣੇ ਆ, ਥੋੜੀ ਬਹੁਤੀ ਸੈਰ ਕਰਨੀ ਕਰ ਲਈ, ਨਹੀਂ ਤੇ ਬੰਦਾ ਛੇਤੀ ਨਾਲ ਬੈੱਡ ਤੇ ਜਾ ਸੌਂ ਜਾਂਦਾ ਜੀ। 9 ਮਹੀਨੇ ਲੱਕ ਨਹੀਂ ਲਾ ਕੇ ਵੇਖਿਆ, ਬੈੱਡ ਹੈਗਾ ਪਰ 9 ਮਹੀਨੇ ਚੌਂਕੜਾ ਹੀ ਮਾਰ ਕੇ ਰੱਖਿਆ ਜੀ। ਕੰਮ ਕਾਰ ਕਰਦੇ ਚੌਂਕੜਾ ਮਾਰਦੇ, ਰਾਤ ਲੰਮੇ ਪੈਣ ਨੂੰ ਜੀ ਨਹੀਂ ਕਰਦਾ, ਭਜਨ ਕਰਨ ਲੱਗ ਪੈਂਦੇ ਜੀ। ਪ੍ਰੇਮੀ ਪੁੱਛਦੇ ਆ ਵੀ ਤੁਹਾਡਾ ਗੁਜ਼ਾਰਾ ਕਿਵੇਂ ਹੁੰਦਾ, ਤੁਹਾਨੂੰ ਨੀਂਦ ਨਹੀਂ ਆਉਂਦੀ? ਕਹਿੰਦੇ 5 ਮਿੰਟ ਅੱਖ ਲੱਗਦੀ, ਬੈਠਿਆਂ ਬੈਠਿਆਂ ਹੀ ਨੀਂਦ ਪੂਰੀ ਹੋ ਜਾਂਦੀ ਹੈ। ਇਹ ਗੱਪਾਂ ਨਹੀਂ ਹਨ ਜੋ ਮਹਾਰਾਜ ਕਹਿ ਰਹੇ ਆ। ਨੀਂਦ ਪਿਆਸ ਭੁੱਖ ਥੋੜੀ ਰਹਿ ਜਾਂਦੀ ਹੈ। ਉਹ ਪੁੱਛਦੇ ਵੀ 5 ਮਿੰਟਾਂ ਵਿੱਚ ਕਿਵੇਂ ਗੁਜ਼ਾਰਾ ਹੁੰਦਾ, ਤਾਂ ਉਹਨਾਂ ਅੱਗੋਂ ਉੱਤਰ ਦਿੱਤਾ, ਕਹਿੰਦੇ ਜਿਵੇਂ ਇੱਕ ਆਮ ਬੰਦਾ 8 ਘੰਟੇ ਸੌਂ ਕੇ ਨੀਂਦ ਪੂਰੀ ਕਰਦਾ ਨਾ, ਅਸੀਂ 5 ਮਿੰਟ ਸੌਂ ਕੇ ਸਾਡਾ 8 ਘੰਟਿਆਂ ਦਾ ਕੋਟਾ ਪੂਰਾ ਹੋ ਜਾਂਦਾ। ਕਹਿਣ ਲੱਗੇ ਅਭਿਆਸੀ ਹੈ, ਗੱਜ ਕੇ ਆਖੋ ਵਾਹਿਗੁਰੂ। ਅਭਿਆਸ ਹੈ, ਲੰਮੇ ਨਹੀਂ ਪੈਣਾ ਜੀ। ਸੋ ਮਹਾਰਾਜ ਕਹਿੰਦੇ ਐਵੇਂ ਨਹੀਂ ਅਵਸਥਾ ਬਣਦੀ। ਗੁਰੂ ਅਮਰਦਾਸ ਸਾਹਿਬ ਕਹਿੰਦੇ ਜਿਉਂ ਜਿਉਂ ਪ੍ਰੇਮ ਵੱਧਦਾ ਨਾ, ਤਿਉਂ ਤਿਉਂ ਇਹ ਗੱਲ ਬਣਦੀ ਜੀ। ਹਾਂਜੀ। ਬਿਰਹੋ ਤੇ ਵਧੇ ਬੇਖਾਦ ਅਧੀਰਾ। ਫਿਰ ਅੰਦਰ ਬੇਚੈਨੀ ਵੀ ਵੱਧਦੀ ਜੀ, ਵਿਛੋੜੇ ਕਰਕੇ ਜੀ ਪਰਮੇਸ਼ਰ ਤੋਂ। ਹਾਂਜੀ। ਬਦਨ ਬਰਨ ਹੋਏ ਆਵਤ ਪੀਰਾ। ਫਿਰ ਰੰਗ ਬੰਦੇ ਦੇ ਚਿਹਰੇ ਦਾ ਪੀਲਾ ਪੈ ਜਾਂਦਾ ਜੀ, ਰੰਗ ਪੀਲਾ ਪੈ ਜਾਂਦਾ ਜੀ। ਅਸਲ ਵਿੱਚ ਚਿਹਰਾ ਵੀ ਹੈ ਨਾ, ਜਿਹੜਾ ਮਨ ਖਿੜਿਆ ਤੇ ਚਿਹਰਾ ਖਿੜਿਆ, ਛੋਟਾ ਜਿਹਾ ਕੋਈ ਦਬਕਾ ਮਾਰਦੇ ਬੰਦੇ ਦੇ ਚਿਹਰੇ ਦੇ ਰੰਗ ਹੀ ਹੋਰ ਹੋਏ ਹੁੰਦੇ ਜੀ। ਕੋਈ ਦੁੱਖ ਦੀ ਖਬਰ ਸੁਣਦੇ, ਕਹਿੰਦੇ ਨਾ ਉਹਦੇ ਚਿਹਰੇ ਦਾ ਰੰਗ ਹੀ ਉੱਡ ਗਿਆ ਜੀ। ਜਿਹੋ ਜਿਹਾ ਅੰਦਰ ਦਾ ਭਾਵ ਹੈ ਨਾ, ਉਹੋ ਜਿਹਾ ਚਿਹਰਾ ਹੁੰਦਾ ਜੀ।
ਇਸੇ ਕਰਕੇ ਰੱਬ ਦੇ ਪਿਆਰੇ ਨਾਮ ਜਪਣ ਵਾਲਿਆਂ ਦੇ ਚਿਹਰੇ ਖਿੜੇ ਹੁੰਦੇ ਜੀ ਹਮੇਸ਼ਾ। ਹਾਂਜੀ, ਪਿਆਰੇ ਕੀਜੇ ਬਾਤ ਬਤਾਵਹਿ। ਮਹਾਰਾਜ ਕਹਿੰਦੇ ਚਿਹਰੇ ਦਾ ਰੰਗ ਪੀਲਾ ਪੈ ਜਾਂਦਾ। ਉਸ ਸਮੇਂ ਜੇ ਕੋਈ ਉਹਨਾਂ ਨੂੰ ਆ ਕੇ ਬਾਣੀ ਸੁਣਾਵੇ, ਵਾਹਿਗੁਰੂ ਜੀ ਦਾ ਬਚਨ ਸੁਣਾਵੇ, ਹਾਂਜੀ, ਆਸ ਸੰਤਨ ਕੇ ਨਿਕਟ ਸਿਧਾਵਹਿ। ਫਿਰ ਉਹਨਾਂ ਦੀ ਖਿੱਚ ਹੁੰਦੀ ਵੀ ਮੈਂ ਉਹਨਾਂ ਦੇ ਕੋਲ ਜਾਵਾਂ, ਜਿਹੜੇ ਮੈਨੂੰ ਪਰਮੇਸ਼ਰ ਦੀਆਂ ਗੱਲਾਂ ਸੁਣਾਉਂਦੇ, ਪਰਮੇਸ਼ਰ ਦੀਆਂ ਬਾਤਾਂ ਸੁਣਾਉਂਦੇ। ਹਾਂਜੀ, ਸੋਨ ਭਿਖ ਕੈ ਪ੍ਰਿਯ ਮਿਲਨ ਨਿਸ਼ਾਨੀ। ਹਾਂਜੀ, ਨਿਕਟ ਜਾਨ ਹੋਏ ਪ੍ਰੀਤ ਮਹਾਨੀ। ਉਹਨਾਂ ਦਾ ਪਿਆਰ ਇਸੇ ਕੰਮ ਵਿੱਚ ਹੁੰਦਾ ਵੀ ਮੈਂ ਉੱਥੇ ਜਾਵਾਂ ਜਿੱਥੇ ਮੈਨੂੰ ਪਿਆਰੇ ਦੀ ਗੱਲ ਸੁਣਨ ਦਾ ਮੌਕਾ ਮਿਲੇ ਜੀ। ਉਧਰ ਜਾਂਦੇ ਭੱਜੇ ਜੀ ਉਹ। ਹਾਂਜੀ, ਸੰਤ ਸੰਗ ਜਬ ਵਧਿਓ ਵਧੇਰਾ। ਫਿਰ ਜਦੋਂ ਸੰਤਾਂ ਦੀ ਸੰਗਤ ਕਰਦਿਆਂ ਹੋਰ ਪਿਆਰ ਪੈ ਜਾਂਦਾ, ਸੰਗਤ ਵੱਧ ਜਾਂਦੀ ਹੈ। ਹਾਂਜੀ, ਪੂਰਨ ਪ੍ਰਭੂ ਸਰਬ ਮੈਂ ਹੇਰਾ। ਗੱਜ ਕੇ ਆਖੋ ਵਾਹਿਗੁਰੂ। ਫਿਰ ਮਹਾਰਾਜ ਕਹਿੰਦੇ ਮੁਖ ਤੇ ਲਾਲੀਆਂ ਪੈ ਜਾਂਦੀਆਂ ਜੀ। ਫਿਰ ਵਾਹਿਗੁਰੂ ਦੇ ਦਰਸ਼ਨ ਹੁੰਦੇ, ਮਲਾਪ ਹੋ ਜਾਂਦਾ, ਸਭਨਾਂ ਵਿੱਚ ਵਾਹਿਗੁਰੂ ਵੇਖਦਾ। ਹਾਂਜੀ, ਤਬ ਮੁਖ ਲਾਲ ਰੰਗ ਦ੍ਰਿਸ਼ਟਾਵੈ। ਫਿਰ ਲਾਲ ਰੰਗ ਹੋ ਜਾਂਦਾ ਜੀ, ਲਾਲ ਰੰਗ। ਹਾਂਜੀ, ਤ੍ਰਿਪਤ ਹੋਏ ਮਨ ਕਿਤਹੁ ਨਾ ਧਾਵੈ। ਫਿਰ ਉਹਨਾਂ ਦਾ ਮਨ ਰੱਜ ਜਾਂਦਾ, ਕਿਸੇ ਹੋਰ ਪਾਸੇ ਨਹੀਂ ਜਾਂਦਾ ਜੀ। ਹਾਂਜੀ, ਸ਼ਾਂਤ ਮధుਰਤਾ ਤਬ ਹੋਏ ਆਈ। ਮਨੋਂ ਅੰਦਰ ਨੂੰ ਮਿਠਾਸ ਮਿਲ ਜਾਂਦੀ, ਸ਼ਾਂਤੀ ਮਿਲ ਜਾਂਦੀ ਹੈ। ਹਾਂਜੀ, ਅੰਤਰ ਬ੍ਰਿਤੀ ਸਥਿਰਤਾ ਪਾਈ। ਅੰਦਰ ਉਹਨਾਂ ਦਾ ਟਿਕ ਜਾਂਦਾ ਜੀ। ਹੁਣ ਇਹ ਗੁਰੂ ਅਮਰਦਾਸ ਸਾਹਿਬ ਜੀ ਦਾ ਬਚਨ ਹੈ, ਪਿਆਰ ਨਾਲ ਗੱਜ ਕੇ ਕਹੋ ਵਾਹਿਗੁਰੂ। ਵਾਹਿਗੁਰੂ। ਭਾਈ ਵੀਰ ਸਿੰਘ ਜੀ ਨੇ ਇੱਕ ਕਵਿਤਾ ਲਿਖੀ ਹੈ, ਬਿਲਕੁਲ ਇਹਦੇ ਨਾਲ ਮਿਲਦੀ ਜੀ। ਉਹ ਕਹਿੰਦੇ ਬੰਦਿਆ, ਜਿਹੜਾ ਫਲ ਰੁੱਖ ਦੇ ਨਾਲ ਲੱਗਾ ਰਹਿ ਜੇ, ਉਹਦਾ ਰੰਗ ਵੀ ਬਦਲਦਾ, ਉਹਦਾ ਸਵਾਦ ਵੀ ਬਦਲਦਾ ਜੀ। ਪਹਿਲਾਂ ਕੌੜਾ ਹੁੰਦਾ, ਬਾਹਰੋਂ ਹਰਾ ਹੁੰਦਾ। ਅੰਬ ਦੀ ਗੱਲ ਲਾ ਲਈਏ, ਫਿਰ ਜਦੋਂ ਲਾਲ ਭਾ ਮਾਰਦਾ ਨਾ ਅੰਬ, ਉਦੋਂ ਖੱਟਾ ਹੁੰਦਾ ਹੈ। ਕੁੜੱਤਣ ਤੋਂ ਖਟਾਸ 'ਚ ਬਣ ਗਿਆ। ਤੇ ਫਿਰ ਲੱਗਾ ਰਹਿ ਜੇ ਤੇ ਪਿਆਰਿਓ ਬਾਹਰੋਂ ਐ ਪੀਲਾ ਹੋ ਜਾਂਦਾ ਤੇ ਅੰਦਰੋਂ ਮਿੱਠਾ ਹੋ ਜਾਂਦਾ ਜੀ। ਕਹਿੰਦੇ ਵੇਖ, ਉਹਦਾ ਬਾਹਰ ਦਾ ਰੰਗ ਵੀ ਬਦਲ ਗਿਆ, ਉਹਦਾ ਅੰਦਰ ਦਾ ਸਵਾਦ ਵੀ ਬਦਲ ਗਿਆ। ਬਾਹਰ ਦੇ ਰੰਗ ਵਿੱਚ ਤਰੱਕੀ ਹੋਈ ਤੇ ਭਾਈ ਵੀਰ ਸਿੰਘ ਜੀ ਲਿਖਦੇ ਪਿਆਰਿਆ, ਉਸ ਫਲ ਦੇ ਅੰਦਰ ਦੇ ਸਵਾਦ ਵਿੱਚ ਵੀ ਤਰੱਕੀ ਹੋਈ। ਪਰ ਇਹ ਕਦੋਂ ਹੋਇਆ? ਜਦੋਂ ਸਾਧ ਸੰਗਤ ਜੀ ਉਹ ਜੁੜਿਆ ਰਿਹਾ ਜੀ। ਜੇ ਉਹ ਟਾਹਣੀ ਤੋਂ ਟੁੱਟ ਜਾਂਦਾ, ਨਾ ਰੰਗ ਹੀ ਬਦਲਣਾ ਸੀ, ਨਾ ਸਵਾਦ ਹੀ ਬਦਲਣਾ ਸੀ। ਉਹ ਕਹਿੰਦੇ ਪਹਿਲਾਂ ਜਦੋਂ ਬੰਦਾ ਅਭਿਆਸ ਕਰਦਾ ਹੈ ਨਾ, ਤੇ ਅਭਿਆਸ ਕਰਦਿਆਂ ਬੜੇ ਮਨ ਦੇ ਖਿਆਲ ਆਉਂਦੇ ਜੀ। ਪਹਿਲਾਂ ਜੀ ਨਹੀਂ ਕਰਦਾ, ਪਰ ਬੰਦਾ ਟਿਕਿਆ ਰਵੇ, ਜਪਦਾ ਰਵੇ। ਫਿਰ ਕੀ ਹੈ? ਫਿਰ ਮਨ ਥੋੜਾ ਬਾਹਰ ਜਾਏਗਾ, ਬਹੁਤਾ ਅੰਦਰ ਰਹੇਗਾ। ਤੇ ਜਦੋਂ ਮਨ ਅੰਦਰ ਰਹਿਣ ਲੱਗ ਪਿਆ ਨਾ ਜੀ, ਫਿਰ ਬੰਦੇ ਦੇ ਜੀਵਨ ਵਿੱਚ ਵੀ ਤਬਦੀਲੀ ਆਉਂਦੀ ਹੈ। ਮੈਂ ਬੜੇ ਧਾਰਮਿਕ ਪੁਰਸ਼ ਵੇਖੇ ਹੈ, ਜਿਹੜੇ ਬੜਾ ਹੀ ਖੁਸ਼ਕ ਬੋਲਦੇ ਆ, ਬੜਾ ਹੀ ਰੁੱਖਾ ਬੋਲਦੇ ਆ, ਪਰ ਸਮੇਂ ਦੇ ਨਾਲ ਜਦੋਂ ਸਾਧੂ ਦੀ ਸੰਗਤ ਹੋਈ, ਗੁਰੂ ਘਰ ਦਾ ਸੰਗ ਹੋਇਆ, ਤੇ ਫਿਰ ਪਰਮੇਸ਼ਰ ਦਾ ਜਪਿਆ ਨਾਮ, ਉਹ ਬੰਦੇ ਫਿਰ ਬੜਾ ਹੀ ਮਿੱਠਾ ਬੋਲਣ ਲੱਗ ਪਏ ਜੀ। ਕਿਉਂ? ਅੰਦਰ ਰਸ ਵੱਧ ਗਿਆ ਜੀ। ਕੋਈ ਗੱਲ ਨਹੀਂ, ਜੇ ਮਨ ਨਹੀਂ ਲੱਗਦਾ ਤੇ ਛੱਡ ਨਾ। ਜੇ ਤੂੰ ਛੱਡ ਦਿੱਤਾ, ਫਿਰ ਸਮਝ ਲਵੋ ਕਿ ਰੁੱਖ ਫਲ ਤੋਂ ਟੁੱਟ ਗਿਆ ਤੇ ਹੁਣ ਤਰੱਕੀ ਨਹੀਂ ਹੋਣੀ ਉਹਦੀ ਜੀ। ਸਿਮਰਨ ਕੀ ਹੈ? ਸਿਮਰਨ ਇੱਕ ਰੁੱਖ ਹੈ।
ਤੇ ਜਦੋਂ ਬੰਦਾ ਜੁੜਿਆ ਰਹਿੰਦਾ ਹੈ ਸਿਮਰਨ ਨਾਲ, ਫਿਰ ਆਪੇ ਤਰੱਕੀ ਹੋਈ ਜਾਂਦੀ। ਗੱਜ ਕੇ ਆਖੋ ਵਾਹਿਗੁਰੂ। ਫਿਰ ਕਹੋ ਵਾਹਿਗੁਰੂ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਫਿਰ ਐ ਲਾਲ ਸੁਰਖਰੂ ਚਿਹਰਾ ਹੋ ਜਾਂਦਾ ਹੈ, ਅੰਦਰ ਸ਼ਾਂਤੀ ਵੱਜ ਜਾਂਦੀ ਹੈ, ਅੰਦਰ ਰਸ ਆਉਂਦਾ ਹੈ। ਵਾਹਿਗੁਰੂ ਵਾਹਿਗੁਰੂ ਜਪਣ ਨੂੰ ਹੋਰ ਜੀ ਕਰਦਾ ਹੈ, ਕਥਾ ਸੁਣਨ ਨੂੰ ਜੀ ਕਰਨ ਲੱਗ ਪੈਂਦਾ ਹੈ, ਕੀਰਤਨ ਸੁਣਨ ਨੂੰ ਜੀ ਕਰਨ ਲੱਗ ਪੈਂਦਾ ਹੈ। ਹਾਂਜੀ। ਦਿੜ ਅਭਿਆਸ ਗਿਆਨ ਮਨ ਲਾਵਹਿ, ਪਰਾ ਭਗਤ ਉਤਪਤ ਹੋਏ ਆਵਹਿ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਫਿਰ ਜਦੋਂ ਦ੍ਰਿੜ ਅਭਿਆਸ ਕਰਦਾ ਹੈ ਨਾ ਬੰਦਾ, ਫਿਰ ਪਰਮੇਸ਼ਰ ਦੀ ਮਿਲਾਪ ਵਾਲੀ ਭਗਤੀ ਅੰਦਰੋਂ ਜਨਮ ਲੈਂਦੀ ਹੈ, ਤੇ ਫਿਰ ਰੱਬ ਨਾਲ ਮਿਲਾਪ ਵੀ ਹੁੰਦਾ ਜੀ। ਪਰ ਸਾਡਾ ਕੀ ਹਿਸਾਬ ਹੈ? ਅਸੀਂ 2-3 ਦਿਨ ਤੇ ਸੰਗਤ ਜੀ ਤੁਰਦੇ ਹਾਂ, ਫਿਰ ਉਹੋ ਹੀ ਸੰਸਾਰੀਆਂ ਵਾਲਾ ਹਾਲ ਹੋ ਜਾਂਦਾ ਜੀ। 2-3 ਦਿਨ ਬੜਾ ਨਾਮ ਜਪਦੇ ਹਾਂ, ਬੜੀ ਬਾਣੀ ਪੜ੍ਹ ਲਈ, ਉਹ ਜਿੰਨਾ ਚਿਰ ਤੱਕ ਕਥਾ ਕੀਰਤਨ ਦਾ ਮਨ 'ਤੇ ਅਸਰ ਹੁੰਦਾ ਜੀ, ਬਾਅਦ 'ਚੋਂ ਫਿਰ ਹਟ ਜਾਂਦੇ ਹਾਂ। ਅਤੇ ਮਹਾਰਾਜ ਗੁਰੂ ਅਮਰਦਾਸ ਸਾਹਿਬ ਕਹਿੰਦੇ ਨਹੀਂ, ਦ੍ਰਿੜ ਅਭਿਆਸ ਗਿਆਨ ਮਨ ਲਾਵਹਿ। ਪੱਕਾ ਮਨ ਕਰਕੇ ਜਦੋਂ ਬੰਦਾ ਲੱਗਦਾ ਨਾ ਜੀ, ਫਿਰ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ। ਗੱਜ ਕੇ ਆਖੋ ਵਾਹਿਗੁਰੂ। ਬਸ ਇਹ ਕੰਮ ਉਹ ਕਰ ਸਕਦਾ ਜੀ ਜਿਹਦਾ ਇਰਾਦਾ ਪੱਕਾ ਹੈ ਜੀ। ਕੱਚੇ ਇਰਾਦੇ ਵਾਲਾ, ਡੱਕੇ ਡੋਲੇ ਖਾਂਦਾ, ਉਹ ਬੰਦਾ ਪ੍ਰਾਪਤੀ ਨਹੀਂ ਕਰ ਪਾਉਂਦਾ ਜੀ। ਜਿਹਦਾ ਮਨ ਪੱਕਾ ਨਾ ਜੀ, ਉਹ ਨਾਮ ਜਪ ਸਕਦਾ, ਉਹ ਅਭਿਆਸ ਕਰ ਸਕਦਾ। ਹਾਂਜੀ। ਆਪਨ ਸਰੂਪ ਨਿਹਾਰਨ ਚਾਹਾ, ਈਸ਼ਰ ਜੀਵ ਅਭੇਦ ਉਮਾਹਾ ਉਪਾਹਾ। ਫਿਰ ਕੀ ਹੁੰਦਾ ਜੀ? ਉਹ ਬੰਦਾ ਜਿਹੜਾ ਆਪਣਾ ਸਰੂਪ ਵੇਖਣਾ ਚਾਹੁੰਦਾ, ਫਿਰ ਪਤਾ ਲੱਗਦਾ ਵੀ ਮੈਂ ਪਰਮੇਸ਼ਰ ਦੀ ਅੰਸ਼ ਹਾਂ। ਕਹੋ ਕਬੀਰ ਤੂੰ ਰਾਮ ਕੀ ਅੰਸ਼। ਪਰ ਫਿਰ ਬੇਨਤੀ ਜੇ, ਇਹ ਦ੍ਰਿੜ ਅਭਿਆਸ ਨਾਲ ਗੱਲ ਬਣਦੀ ਹੈ। ਹਾਂਜੀ। ਸਤ ਚੇਤਨ ਆਨੰਦ ਬ੍ਰਹਮ ਰੂਪ, ਨਭ ਸਮ ਵਿਆਪਿਓ ਚਲਿਤ ਅਨੂਪ। ਜਿਵੇਂ ਆਕਾਸ਼, ਜਿੱਥੇ ਚਲੇ ਜਾਓ ਆਕਾਸ਼ ਉੱਥੇ ਮਿਲ ਜਾਣਾ ਤੁਹਾਨੂੰ, ਭਾਵੇਂ ਅਮਰੀਕਾ ਕੈਨੇਡਾ ਚਲੇ ਜਾਓ ਜੀ। ਜਿਵੇਂ ਆਕਾਸ਼ ਆਸਮਾਨ ਸਾਰੀਆਂ ਥਾਵਾਂ 'ਤੇ ਹੈ ਨਾ, ਉਵੇਂ ਫਿਰ ਬੰਦੇ ਨੂੰ ਸਾਰੀਆਂ ਥਾਵਾਂ 'ਤੇ ਰੱਬ ਵਿਖਣ ਲੱਗ ਪੈਂਦਾ ਜੀ। ਹਾਂਜੀ। ਇਸ ਪ੍ਰਕਾਰ ਜੇ ਭਗਤ ਕਮਾਵੈ, ਇਕਤਾ ਬ੍ਰਹਮ ਰੂਪ ਹੋਏ ਜਾਵੈ। ਸੋ ਜੇ ਤੇ ਪ੍ਰੇਮ ਨਾਲ ਕਰੇ ਭਗਤੀ, ਨਾਲ ਕਰੇ ਸੰਗਤ, ਤੇ ਮਹਾਰਾਜ ਕਹਿੰਦੇ ਫਿਰ ਕੋਈ ਸ਼ੱਕ ਨਹੀਂ ਰਹਿੰਦਾ, ਬੰਦਾ ਰੱਬ ਹੀ ਬਣ ਜਾਂਦਾ ਜੀ। ਗੱਜ ਕੇ ਆਖੋ ਵਾਹਿਗੁਰੂ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਬਾਣੀ 'ਚ ਕਹਿੰਦੇ ਜੀ, ਜੋ ਪ੍ਰਾਣੀ ਨਿਸ ਦਿਨ ਭਜੈ, ਜਿਹੜਾ ਮਨੁੱਖ ਦਿਨ ਰਾਤ ਜਪਦਾ ਜੀ, ਵਾਹਿਗੁਰੂ 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 ਵਾਹਿਗੁਰੂ। ਹੁੰਦਾ ਕੀ ਜੀ? ਮਹਾਰਾਜ ਕਹਿੰਦੇ ਉਹ ਰੱਬ ਦਾ ਹੀ ਰੂਪ ਬਣ ਜਾਂਦਾ ਜੀ। ਜੋ ਪ੍ਰਾਣੀ ਨਿਸ ਦਿਨ ਭਜੈ, ਰੂਪ ਰਾਮ ਤੇ ਜਾਨ। ਹਰ ਜਨ ਹਰ ਅੰਤਰ ਨਹੀਂ, ਨਾਨਕ ਸਾਚੀ ਮਾਨ। ਕਮਾਲ ਦੀ ਗੱਲ ਹੈ ਜੀ। ਬੰਦਾ ਰੱਬ ਬਣ ਜੇ, ਪਰ ਬਣ ਜਾਂਦਾ ਜੀ ਜਦੋਂ ਜਪਦਾ, ਐ ਪੱਕੇ ਇਰਾਦੇ ਨਾਲ ਲੱਗਦਾ ਜੀ। ਜਿਨ੍ਹਾਂ ਦੇ ਨਾਮ ਸਿੱਖੀ ਦੇ ਵਿੱਚ ਤੁਸੀਂ ਸੁਣਦੇ ਹੋ ਨਾ, ਧਰੂ ਤਾਰੇ, ਭਾਈ ਕਨ੍ਹਈਆ ਜੀ, ਬਾਬਾ ਬੁੱਢਾ ਸਾਹਿਬ ਜੀ, ਭਾਈ ਮਨੀ ਸਿੰਘ ਜੀ, ਪਿਆਰਿਓ ਇਹ ਗੁਰੂ ਕੇ ਸਿੱਖ ਪੱਕੇ ਇਰਾਦੇ ਨਾਲ ਲੱਗੇ ਜੀ, ਢਿੱਲੇ ਮੱਠੇ ਨਹੀਂ ਸੀ ਹੈਗੇ ਜੀ ਇਹ। ਤੇ ਮੈਂ ਫਿਰ ਬੇਨਤੀ ਕਰਦਾ, ਆਪਾਂ ਕੀ ਹੈ 2 ਦਿਨ ਪਾਠ ਕਰ ਲਿਆ, ਤੀਜੇ ਦਿਨ ਫਿਰ ਨਾਗਾ ਜੀ। ਹਾਂਜੀ, 4-5 ਦਿਨ ਨਾਗਾ ਰਹਿੰਦਾ ਜੀ, ਫਿਰ 2 ਦਿਨ ਕਰ ਲੈਂਦੇ ਆ। ਤੇ ਉਹ ਪਤਾ ਕੀ ਖੇਡ ਬਣਦੀ ਹੈ?
ਇੱਥੋਂ ਤੁਸੀਂ 4-5 ਕਦਮ ਤੁਰੇ ਜੀ, ਤੇ ਫਿਰ ਵਾਪਸ ਆ ਗਏ ਜੀ। ਥੋੜੇ ਦਿਨਾਂ ਬਾਅਦ ਫਿਰ 4-5 ਕਦਮ ਤੁਰੇ, ਫਿਰ ਵਾਪਸ ਆ ਗਏ। ਤੇ ਦੱਸੋ ਪਹੁੰਚਾਂਗੇ ਕਿਤੇ ਜੀ? ਹਾਂਜੀ, ਨਹੀਂ ਪਹੁੰਚ ਸਕਦੇ ਜੀ। ਪੱਕੇ ਇਰਾਦੇ ਨਾਲ ਲੱਗਣਾ ਪੈਂਦਾ ਬੰਦੇ ਨੂੰ। ਇਸ ਕਰਕੇ ਭਾਈ ਵੀਰ ਸਿੰਘ ਜੀ ਕਹਿੰਦੇ, ਖੀਨੇ ਸੀਨੇ ਖਿੱਚ ਜਿਨ੍ਹਾਂ ਨੇ ਖਾਧੀ, ਉਹ ਘਰ ਆਰਾਮ ਨਹੀਂ ਬਹਿੰਦੇ। ਜਿਨ੍ਹਾਂ ਦੇ ਸੀਨੇ ਤੇ ਖਿੱਚ ਵੱਜ ਜਾਂਦੀ ਜੀ। ਮਹਾਰਾਜ ਕਹਿੰਦੇ ਕਰਦਿਆਂ ਕਰਦਿਆਂ ਬੰਦਾ ਰੱਬ ਹੀ ਬਣ ਜਾਂਦਾ, ਕਹਿਣ ਲੱਗੇ। ਹਾਂਜੀ, ਤੀਨੋਂ ਸੁਨ ਕੈ ਭਏ ਆਨੰਦ। ਉਹ ਤਿੰਨੋਂ ਹੀ ਗੁਰੂ ਕੇ ਸਿੱਖ, ਭਾਈ ਖਾਨੂ ਜੀ, ਭਾਈ ਮਈਆ ਜੀ ਤੇ ਭਾਈ ਗੋਬਿੰਦ ਜੀ, ਸੁਣ ਕੇ ਬੜੇ ਖੁਸ਼ ਹੋਏ ਜੀ। ਇੰਨੇ ਵਧੀਆ ਬਚਨ ਗੁਰੂ ਜੀ ਨੇ ਕੀਤੇ। ਹਾਂਜੀ, ਖਾਨੂ ਮਾਇਆ ਅਰ ਗੋਬਿੰਦ। ਹਾਂ, ਭਾਈ ਖਾਨੂ ਜੀ, ਭਾਈ ਮਾਈਆ ਜੀ ਤੇ ਭਾਈ ਗੋਬਿੰਦ ਜੀ ਪਿਓ ਪੁੱਤਰ ਨੇ ਜੀ। ਖਾਨੂ ਮਾਈਆ ਪੱਕੇ ਇਰਾਦੇ ਨਾਲ ਉਹਨਾਂ ਫੁਰਨਾ ਬਣਾ ਲਿਆ ਵੀ ਅੱਜ ਤੋਂ ਪੱਕੇ ਇਰਾਦੇ ਨਾਲ ਭਗਤੀ ਕਰਨੀ, ਇਰਾਦਾ ਢਿੱਲਾ ਨਹੀਂ ਪੈਣ ਦੇਣਾ। ਗੱਜ ਕੇ ਆਖੋ ਵਾਹਿਗੁਰੂ। ਗੱਜ ਕੇ ਵਾਹਿਗੁਰੂ। ਢਿੱਲਾ ਨਹੀਂ ਪੈਣ ਦੇਣਾ ਕੰਮ। ਬਸ ਜਦੋਂ ਢਿੱਲਾ ਪੈ ਗਿਆ ਜੀ, ਮਨ ਤੇ ਅੱਗੇ ਢਿੱਲਾ ਜੀ। ਮਹਾਰਾਜ ਬਾਣੀ 'ਚ ਕਹਿੰਦੇ ਨਾ, ਲਾਹੇ ਕੋ ਤੂੰ ਢੀਲਾ ਢੀਲਾ, ਟੋਟੇ ਕੋ ਬੇਗ ਧਾਇਆ। ਇਸ ਕੰਮ ਵਿੱਚ ਬੰਦਾ ਬੜਾ ਢਿੱਲਾ ਜੀ, ਉਹ ਬੰਦਾ ਢਿੱਲਾ ਪੈ ਜਾਂਦਾ ਜੀ। ਬਸ ਉਸ ਦਿਨ ਤੋਂ ਬਾਅਦ ਉਹ ਢਿੱਲੇ ਨਹੀਂ ਪਏ ਜੀ। ਪਰਮੇਸ਼ਰ ਦਾ ਨਾਮ ਜਪਣ ਲੱਗ ਪਏ। ਤੁਸੀਂ ਵੀ ਜਪੋ ਵਾਹਿਗੁਰੂ ਵਾਹਿਗੁਰੂ। ਐ ਇੱਕ ਵਾਰੀ ਗੱਜ ਕੇ ਕਹੋ, ਸਾਰੀਆਂ ਨਾੜਾਂ ਖੁੱਲ ਜਾਣ ਜੀ ਸਾਡੀਆਂ ਜੀ। ਕਹੋ ਸਾਰੇ ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ। ਮਹਾਰਾਜ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ, ਫਿਰ ਉਹ ਢਿੱਲੇ ਨਹੀਂ ਪਏ ਜੀ। ਹਾਂਜੀ, ਦੋਹਰਾ ਜੋਦ ਰਸੋਈਆ ਦੇਗ ਮਹਿ, ਗੁਰ ਹਿਤ ਕਰਤ ਆਹਾਰ। ਬ੍ਰਿਪ ਜਾਤ ਸੇਵਾ ਕਰੇ, ਉਰ ਹੰਕਾਰ ਨਿਵਾਰ। ਅੱਗੋਂ ਨਵੀਂ ਸਾਖੀ ਤੁਰਦੀ। ਗੋਇੰਦਵਾਲ ਸਾਹਿਬ ਵਿੱਚ ਸ੍ਰੀ ਗੁਰੂ ਅਮਰਦਾਸ ਜੀ ਦਾ ਪ੍ਰਸ਼ਾਦਾ ਤਿਆਰ ਕਰਦਾ ਇੱਕ ਸਿੱਖ ਜੀ, ਜਿਹਦਾ ਨਾਮ ਹੈ ਭਾਈ ਜੋਧ ਜੀ। ਹੰਕਾਰ ਦੂਰ ਕਰਕੇ ਸੇਵਾ ਕਰਦਾ ਜੀ ਭਾਈ ਜੋਧ ਜੀ। ਪਹਿਲਾਂ ਹਲਵਾਈ ਕਹਿੰਦੇ ਹੁੰਦੇ ਸੀਗੇ, ਹੁਣ ਹੋਟਲਾਂ ਵਾਲੇ ਸ਼ੈਫ ਵੀ ਕਹਿਣ ਲੱਗ ਪਏ ਜੀ। ਉਹ ਗੁਰੂ ਸਾਹਿਬ ਦਾ ਸ਼ੈਫ ਹੈ ਜੀ, ਗੁਰੂ ਸਾਹਿਬ ਦਾ ਹਲਵਾਈ, ਗੁਰੂ ਸਾਹਿਬ ਦਾ ਰਸੋਈਆ ਜੀ। ਉਹਦਾ ਬਣਾਇਆ ਹੋਇਆ ਪ੍ਰਸ਼ਾਦਾ ਸ੍ਰੀ ਗੁਰੂ ਅਮਰਦਾਸ ਸਾਹਿਬ ਛਕਦੇ ਹੈ। ਹਾਂਜੀ, ਚਉਪਈ ਧਨ ਆਦਿਕ ਜੇ ਸਿੱਖ ਗਨ ਲਿਆਵੈ, ਭੇਟ ਤਰਹਿ ਸਤਿਗੁਰੂ ਮਨਾਵੈ। ਗੁਰੂ ਸਾਹਿਬ ਜੀ ਨੂੰ ਸਿੱਖ ਸੰਗਤਾਂ ਮਾਇਆ ਭੇਟਾ ਕਰਦੀਆਂ ਨੇ, ਮਹਾਰਾਜ ਜੀ ਦੇ ਚਰਨਾਂ 'ਚ ਆ ਕੇ ਮੱਥਾ ਟੇਕਦੀਆਂ ਨੇ। ਹਾਂਜੀ, ਸੋ ਸਭ ਜੋਧ ਰਸੋਈਆ ਲੇਤ। ਮਹਾਰਾਜ ਨੇ ਆਖਣਾ ਵੀ ਭਾਈ ਜੋਧ ਨੂੰ ਦੇ ਦਿਓ, ਮਾਇਆ ਜੋਧ ਨੂੰ ਦੇ ਦਿਓ। ਸੋ ਭਾਈ ਜੋਧ ਜੀ ਉਹ ਸਾਰੀ ਮਾਇਆ ਰੱਖਦੇ ਸਨ ਜੀ। ਹਾਂਜੀ, ਲੰਗਰ ਪਰ ਲਗਾਏ ਕਰ ਦੇਤ। ਗੁਰੂ ਸਾਹਿਬ ਉਹ ਮਾਇਆ ਆਪਣੇ ਤੇ ਨਹੀਂ ਸੀ ਖਰਚ ਕਰਦੇ। ਜਿੰਨੀ ਮਾਇਆ ਆਉਣੀ, ਮਹਾਰਾਜ ਨੇ ਗੁਰੂ ਨਾਨਕ ਸਾਹਿਬ ਦੀਆਂ ਸੰਗਤਾਂ ਨੂੰ ਲੰਗਰ ਛਕਾ ਦੇਣਾ ਜੀ। ਬੜਾ ਵੱਡਾ ਪੁੰਨ ਹੈ ਜੀ। ਸਾਰੀ ਮਾਇਆ ਲੰਗਰ ਵਿੱਚ ਲੱਗਣੀ ਜੀ ਗੋਇੰਦਵਾਲ ਸਾਹਿਬ 'ਚ। ਹਾਂਜੀ, ਇੱਕ ਦਿਨ ਮਹਿ ਜੇਤੋ ਲੱਗ ਜਾਏ, ਹਾਂਜੀ। ਤਿਤਕ ਲੇਤ ਲੰਗਰ ਮਹਿ ਲਾਏ। ਫਿਰ ਸਿਦਕ ਵੇਖੋ ਕਿੰਨਾ ਵੱਡਾ ਜੀ। ਇੱਕ ਦਿਨ ਵਿੱਚ ਜਿੰਨੀ ਮਾਇਆ ਦਾ ਰਾਸ਼ਨ ਲੱਗੇਗਾ, ਓਨੀ ਮਾਇਆ ਲੈਂਦੇ ਮਹਾਰਾਜ। ਇਹ ਨਹੀਂ ਵੀ ਵਾਧੂ ਮਾਇਆ ਲੈ ਲੈਣੀ ਵੀ ਤਈ ਜਾਓ, ਕੋਈ ਨਹੀਂ ਸਾਂਭੀ ਜਾਂਦੇ ਆ। ਹਾਂਜੀ, ਦਿਨ ਅਗਲੇ ਹਿਤ ਰਹਿਨ ਨਾ ਪਾਵੈ, ਵਧੇ ਜੇ ਪਸ਼ੂਅਨ ਵਹਿਰ ਖਵਾਵੇ। ਅਗਲੇ ਦਿਨ ਵਾਸਤੇ ਮਹਾਰਾਜ ਨੇ ਕੁਝ ਨਹੀਂ ਰੱਖਣਾ ਜੀ। ਕਈ ਵਾਰੀ ਪ੍ਰਸ਼ਾਦਾ ਬੜਾ ਵੱਧ ਜਾਣਾ ਤੇ ਮਹਾਰਾਜ ਨੇ ਕਹਿਣਾ ਵੀ ਲੰਗਰ ਲੈ ਜਾਓ,
ਗੱਜ ਕੇ ਆਖੋ ਵਾਹਿਗੁਰੂ। ਇਹ ਲੰਗਰ ਘਰ ਵਿੱਚ ਲੈ ਜਾਓ। ਉਹ ਜਦੋਂ ਫਿਰ ਵੀ ਵੱਧ ਜਾਣਾ, ਫਿਰ ਗੁਰੂ ਅਮਰਦਾਸ ਜੀ ਨੇ ਕਹਿਣਾ ਇਹ ਪਸ਼ੂਆਂ ਨੂੰ ਛਕਾ ਦਿਓ। ਵੈਸੇ ਹੁਣ ਇਹ ਪ੍ਰਵਿਰਤੀ ਘਟਦੀ ਜਾਂਦੀ ਜੀ। ਮੈਂ ਖੁਦ ਵੇਖਿਆ ਜੀ, ਸਾਡੇ ਬਜ਼ੁਰਗ ਕੀ ਕਰਦੇ ਸੀਗੇ, ਉਹ ਰਸਤੇ ਘਰ ਜਦੋਂ ਗਲੀ ਮਹੱਲੇ 'ਚ ਗਾਵਾਂ ਆਉਣੀਆਂ ਤੇ ਉਹਨਾਂ ਨੂੰ ਆਪ ਪ੍ਰਸ਼ਾਦਾ ਛਕਾਉਣਾ ਜੀ। ਉਹਨਾਂ ਨੂੰ ਵੀ ਤੇ ਵਿਚਾਰਿਆਂ ਨੂੰ ਲੋੜ ਹੈਗੀ ਹੈ। ਹਾਂਜੀ, 2 ਪ੍ਰਸ਼ਾਦੇ ਸਾਡੇ ਦਾਦੀ ਜੀ ਨੇ ਪੱਕੇ ਬਣਾ ਕੇ ਰੱਖੇ ਹੁੰਦੇ ਸੀ, ਜਿਹੜੇ ਪਸ਼ੂ ਨੂੰ ਖਵਾਉਂਦੇ ਸੀਗੇ ਰੋਜ਼ ਜੀ। ਮਹਾਰਾਜ ਨੇ ਪਸ਼ੂਆਂ ਨੂੰ ਛਕਾ ਦੇਣਾ ਜੀ। ਹਾਂਜੀ, ਨਾਹੇ ਤਾਂ ਸਰਤਾ ਮਾਹੇ ਗਿਰਾਵੈ। ਫਿਰ ਸੋਚ ਕਿੰਨੀ ਡੂੰਘੀ ਸੱਚੇ ਪਾਤਸ਼ਾਹ ਦੀ। ਜਿਹੜਾ ਪਸ਼ੂ ਵੀ ਛਕ ਲੈਂਦੇ ਤੇ ਵੱਧ ਜਾਂਦਾ ਨਾ ਜੀ, ਮਹਾਰਾਜ ਨੇ ਕਹਿਣਾ ਦਰਿਆ ਵਿੱਚ ਪਾਓ। ਤੇ ਉਹ ਦਰਿਆ ਵਿੱਚ ਕੀ ਰਹਿੰਦੇ, ਪਾਣੀ ਵਾਲੇ ਜੀਵ ਜੀ, ਮੱਛਲੀਆਂ, ਕੱਛੂ ਕੁੰਮੇ, ਹੋਰ ਜੀਵ, ਉਹਨਾਂ ਛਕਣਾ ਜੀ। ਉਹ ਤੁਸੀਂ ਦਰਬਾਰ ਸਾਹਿਬ ਜਦੋਂ ਕੋਈ ਵੈਸੇ ਤਾਂ ਮਨਾ ਕਰਦੇ ਜੀ, ਪਰ ਜਦੋਂ ਪ੍ਰਸ਼ਾਦ ਪਾਈਦਾ ਤਾਂ ਕਿਵੇਂ ਛਕਦੀਆਂ ਜੀ ਆ ਕੇ। ਮਹਾਰਾਜ ਨੇ ਉਹਨਾਂ ਨੂੰ ਵੀ ਲੰਗਰ ਛਕਾਉਣਾ ਜੀ। ਬੰਦਿਆਂ ਦਾ ਤਾਂ ਧਿਆਨ ਗੁਰੂ ਸਾਹਿਬ ਰੱਖਦੇ ਹੀ ਹੈ, ਗੁਰੂ ਸਾਹਿਬ ਪਸ਼ੂਆਂ ਦਾ ਵੀ ਧਿਆਨ ਰੱਖਦੇ ਹੈ, ਗੁਰੂ ਸਾਹਿਬ ਪਾਣੀ ਵਾਲੇ ਜੀਵਾਂ ਦਾ ਵੀ ਧਿਆਨ ਰੱਖਦੇ ਹੈ। ਹਾਂਜੀ, ਜਲ ਗਾਗਰ ਤੇ ਸਕਲ ਡੁਲਾਵੈ। ਉਹ ਵੱਡੀਆਂ ਵੱਡੀਆਂ ਗਾਗਰਾਂ ਜਿਹੜੀਆਂ ਹੁੰਦੀਆਂ ਸੀ ਨਾ ਦਾਲ ਦੀਆਂ, ਉਹ ਮਹਾਰਾਜ ਨੇ ਦਰਿਆ ਦੇ ਵਿੱਚ ਪਵਾ ਦੇਣੀਆਂ, ਵੱਡੀਆਂ ਵੱਡੀਆਂ ਗਾਗਰਾਂ। ਤੇ ਪਿਆਰਿਓ, ਹੁਣ ਬਚਨ ਬੜੇ ਮਹਾਰਾਜ ਦੇ ਚੇਤੇ ਆ ਜਾਂਦੇ, ਮੈਨੂੰ ਮਾਫੀ ਬਖਸ਼ਿਓ। ਬਾਬਾ ਦਰਸ਼ਨ ਸਿੰਘ ਜੀ ਕੁੱਲੀ ਵਾਲੇ ਜੀ, ਇੱਕ ਦਿਨ ਉਹ ਸਾਗ ਬਣਵਾਇਆ ਜੀ ਬੜਾ ਜੀ, ਉਹਨਾਂ ਨੇ ਕਿੰਨੇ ਪੀਪੇ ਦੇਸੀ ਘਿਓ ਦੇ ਪਾ ਕੇ ਸਾਗ ਬਣਵਾਇਆ ਤੇ ਬਾਹਰ ਨਾਲਾ ਵਗਦਾ ਜੀ। ਜਦੋਂ ਚੰਗਾ ਘੋਟਾ ਲਵਾਇਆ ਨਾ ਜੀ ਉਹਨੂੰ, ਫਿਰ ਉਹ ਸਾਗ ਨਾਲੇ 'ਚ ਪਵਾਤਾ ਜੀ। ਪ੍ਰੇਮੀ ਪੁੱਛਦੇ, ਬਾਬਾ ਜੀ ਇਹ ਕੀ? ਕਹਿੰਦੇ ਕੱਲ ਅਸੀਂ ਸਾਗ ਖਾਧਾ ਸੀ, ਤੋਂ ਜਿਹੜੇ ਵਿਚਲੇ ਜੀਵ ਸੀ ਨਾ ਨਾਲੇ ਦੇ, ਉਹ ਕਹਿੰਦੇ ਸੀ ਕੱਲਾ ਕੱਲਾ ਖਾਣਾ, ਸਾਨੂੰ ਤੇ ਖਵਾਉਣਾ ਹੀ ਨਹੀਂ ਹੈ ਤੂੰ। ਕਹਿੰਦੇ ਉਹਨਾਂ ਵਾਸਤੇ। ਹੁਣ ਇਹ ਤੇ ਗੁਪਤੀ ਗੱਲਾਂ ਨੇ। ਮਹਾਰਾਜ ਨੇ ਗਾਗਰਾਂ ਦੀਆਂ ਗਾਗਰਾਂ ਬਿਆਸ ਦਰਿਆ 'ਚ ਪਵਾ ਦੇਣੀਆਂ ਜੀ। ਹਾਂਜੀ, ਨੀਰ ਆਦ ਹਿਤ ਪ੍ਰਾਤ ਨਾ ਧਰੈ। ਬਸ ਪਾਣੀ ਵੀ ਇਹ ਨਹੀਂ ਵੀ ਰਾਤ ਪਾਣੀ ਗਾਗਰਾਂ 'ਚ ਭਰ ਕੇ ਰੱਖੋ ਸਵੇਰੇ ਲੰਗਰ 'ਚ ਪਏਗਾ, ਨਹੀਂ, ਪਾਣੀ ਵੀ ਤਾਜ਼ਾ ਹੀ ਵਰਤਣਾ ਮਹਾਰਾਜ ਨੇ ਜੀ। ਅਸਲ ਵਿੱਚ ਇਹਨਾਂ 'ਚ ਤੰਦਰੁਸਤੀ 'ਚ ਬਈ ਚੀਜ਼ ਖਾਣ ਵਾਲਾ ਬੰਦਾ ਭਜਨ ਨਹੀਂ ਕਰ ਸਕਦਾ ਜੀ। ਹਾਂਜੀ, ਕਹਾਂ ਅੰਨ ਕੀ ਗਿਣਤੀ ਕਰੈ। ਤੇ ਲੰਗਰ ਦੀ ਕਿੰਨੀ ਕੁ ਗਿਣਤੀ ਕਰੀਏ, ਕਹਿੰਦੇ ਇੰਨੀਆਂ ਸੰਗਤਾਂ ਆਉਣੀਆਂ ਤੇ ਲੰਗਰ ਵਰਤਣਾ ਤੇ ਨਿਤ ਤਾਜ਼ਾ ਜੀ। ਤੇ ਮੈਨੂੰ ਆਪਣਾ ਚੇਤਾ ਆ ਜਾਂਦਾ ਜੀ। ਹਾਂਜੀ, 4-4 ਦਿਨ ਸਬਜ਼ੀ ਫਰਿੱਜ 'ਚ ਲਾਈ ਰੱਖਦੇ ਹਾਂ ਅਸੀਂ, ਨਹੀਂ ਉਹਨੂੰ ਹੀ ਮੁੜ ਖਾਈ ਜਾਂਦੇ ਹਾਂ ਜੀ। ਤੇ ਫਿਰ ਕਹਿੰਦੇ ਆ ਜੀ ਪਾਠ 'ਚ ਧਿਆਨ ਨਹੀਂ ਲੱਗਦਾ ਜੀ, ਜਦੋਂ ਗੁਟਕਾ ਸਾਹਿਬ ਲੈ ਕੇ ਬਹਿੰਦੇ ਨੀਂਦ ਬੜੀ ਆਉਂਦੀ ਹੈ। ਉਹ ਇਹੋ ਕੁਝ ਹੀ ਹੁੰਦਾ ਜੀ। ਨਿਤ ਤਾਜ਼ਾ ਪ੍ਰਸ਼ਾਦਾ ਤਿਆਰ ਹੁੰਦਾ ਜੀ ਗੁਰੂ ਘਰ ਵਿੱਚ। ਹਾਂਜੀ, ਇਮ ਗੁਰ ਹੁਕਮ ਸੋ ਬਰਤਹਿ ਜੋਧ। ਗੁਰੂ ਸਾਹਿਬ ਮਹਾਰਾਜ ਦਾ ਹੁਕਮ ਹੈ ਤੇ ਭਾਈ ਜੋਧ ਜੀ ਇਸੇ ਤਰ੍ਹਾਂ ਕਰਦੇ ਜੀ। ਰਾਤ ਨੂੰ ਸਭ ਗਾਗਰਾਂ ਮੁੱਧੀਆਂ, ਸਭ ਭਾਂਡੇ ਖਾਲੀ, ਦਿਨੇ ਫਿਰ ਨਵੇਂ ਸਿਰਿਓਂ ਸ਼ੁਰੂਆਤ ਕਰਨੀ ਜੀ। ਤੇ ਮੈਂ ਪਿਛਲੇ ਦਿਨ ਵੀ ਅਰਜ਼ ਕੀਤੀ ਆ, ਜਿਹੜੇ ਮਿੱਠੇ ਪ੍ਰਸ਼ਾਦੇ ਆ ਨਾ ਵਰਤਾ ਦਿੰਦੇ, ਇਹ ਗੁਰੂ ਦੀ ਮਰਜ਼ਾਦਾ ਨਹੀਂ ਹੈਗੀ ਜੀ। ਰਾਤ ਦੇ ਬਿਆਂ ਦਾ ਨਾਮ ਮਿੱਠੇ ਰੱਖਿਆ ਜੀ, ਮਿੱਠੇ ਪ੍ਰਸ਼ਾਦੇ ਛਕੋ। ਹਾਂਜੀ, ਲੰਗਰ ਕਾਰ ਕਰਹਿ ਹਿਤ ਬੋਧ। ਹਾਂਜੀ, ਪਾਛੇ ਕੁਛ ਭੋਜਨ ਰਹਿ ਜਾਏ, ਬਿਨਾ ਸਵਾਦ ਤੇ ਖਾਏ ਬਿਤਾਏ। ਤੇ ਭਾਈ ਜੋਧ ਜੀ ਇੰਨੇ ਵਧੀਆ ਜੀਵਨ ਵਾਲੇ ਸਿੱਖ ਨੇ, ਜਦੋਂ ਸਾਰੀ ਸੰਗਤ ਛਕ ਲੈਂਦੀ ਹੈ ਨਾ, ਤੇ ਪਿੱਛੋਂ ਬੱਚਿਆ ਆਪ ਖਾਂਦੇ ਆ ਜੀ। ਇਹ ਨਹੀਂ ਵੀ ਪਹਿਲਾਂ ਆਪਣਾ ਆਪਣਾ ਤੜਕੇ ਵਾਲਾ ਵਧੀਆ ਰੱਖ ਲਈਏ, ਨਹੀਂ, ਬਾਅਦ ਵਿੱਚ ਛਕਣਾ ਜੀ। ਹਾਂਜੀ, ਗੁਰ ਕੇ ਸਿੱਖ ਜਾਨ ਸਮੁਦਾਈ,
ਸਭ ਕੀ ਸੇਵਾ ਕਰਹਿ ਬਨਾਈ। ਭਾਈ ਜੋਧ ਜੀ ਸਾਰੇ ਗੁਰੂ ਕੇ ਸਿੱਖਾਂ ਨੂੰ ਗੁਰੂ ਦਾ ਰੂਪ ਸਮਝ ਕੇ ਸੇਵਾ ਕਰਦੇ ਹੈਗੇ ਜੀ। ਇਹ ਸਾਰੇ ਸਿੱਖ ਗੁਰੂ ਅਮਰਦਾਸ ਜੀ ਦਾ ਹੀ ਰੂਪ ਹੈ। ਹਾਂਜੀ। ਜੋ ਤਿਸ ਕਾਲ ਪੁਰੀ ਮਹਿ ਆਵੈ, ਤਬ ਕਰ ਤਿਆਰ ਆਹਾਰ ਅਚਾਵੈ। ਕਿਸੇ ਨੇ ਦੁਪਹਿਰੇ ਆ ਜਾਣਾ, ਕਿਸੇ ਨੇ ਅੱਧੀ ਰਾਤ ਆ ਜਾਣਾ, ਤੇ ਭਾਈ ਜੋਧ ਜੀ ਨੇ ਆਏ ਹੋਏ ਬੰਦੇ ਨੂੰ ਤਤਕਾਲ ਪ੍ਰਸ਼ਾਦਾ ਛਕਾਉਣਾ ਜੀ। ਇਹ ਨਹੀਂ ਕਰਨਾ ਕਿ ਨਹੀਂ ਨਹੀਂ ਹੁਣ ਪ੍ਰਸ਼ਾਦੇ ਦਾ ਟਾਈਮ ਨਹੀਂ ਹੈਗਾ ਜੀ, ਇੱਦਾਂ ਨਹੀਂ ਕਹਿਣਾ ਕਿਸੇ ਨੂੰ। ਪਿਆਰਿਓ ਬੜੀਆਂ ਬੜੀਆਂ ਮਸ਼ੱਕਤਾਂ ਗੁਰੂ ਕੇ ਸਿੱਖ ਕਰਦੇ ਰਹੇ। ਅੱਜ ਸਾਡਾ ਜਿਹੜਾ ਜੀਵਨ ਹੈ ਨਾ, ਆਲਸ ਵੱਲ ਜ਼ਿਆਦਾ ਵੱਧ ਰਿਹਾ ਤੇ ਮਸ਼ੱਕਤ ਵੱਲ ਘਟ ਰਿਹਾ ਜੀ। ਪਹਿਲਾਂ ਹਰ ਸਿੱਖ ਨੂੰ ਪ੍ਰਸ਼ਾਦਾ ਵੀ ਬਣਾਉਣਾ ਆਉਂਦਾ ਸੀ ਤੇ ਦਾਲ ਵੀ ਬਣਾਉਣੀ ਆਉਂਦੀ ਸੀਗੀ ਜੀ। ਹਾਂਜੀ, ਤੇ ਤੁਸੀਂ ਅੱਜ ਹਿਸਾਬ ਲਾ ਲਓ ਜੀ, ਬੜਾ ਮੁਸ਼ਕਲ ਹੈ, ਇਹ ਕੰਮ ਨਹੀਂ ਲੱਭਦਾ। ਹਾਂਜੀ। ਨਹਿ ਆਲਸ ਕੋਦ ਜੰਬਰ ਕਰੈ। ਭਾਈ ਜੋਧ ਜੀ ਆਲਸ ਨਹੀਂ ਸੀ ਕਰਦੇ ਹੁੰਦੇ ਜੀ ਸੇਵਾ ਕਰਨ ਲੱਗਿਆ। ਬੜਾ ਫੁਰਤੀਲਾ ਸਰੀਰ ਸੀਗਾ ਜੀ ਉਹਨਾਂ ਦਾ। ਹਾਂਜੀ। ਆਏ ਛੁਦਤ ਕੀ ਛੁਦਾ ਸੋ ਹਰੈ। ਲੰਗਰ ਦੇ ਤੇ ਇੰਨੇ ਪ੍ਰੇਮੀ ਸਨ, ਭਾਈ ਜੋਧ ਦੇ ਹੁੰਦਿਆਂ ਭੁੱਖਾ ਨਹੀਂ ਸੀ ਕੋਈ ਰਹਿ ਸਕਦਾ ਜੀ। ਆਏ ਹੋਏ ਪ੍ਰੇਮੀ ਨੂੰ ਇੰਨੇ ਪ੍ਰੇਮ ਨਾਲ ਪ੍ਰਸ਼ਾਦਾ ਛਕਾਉਂਦੇ ਸਨ। ਗੱਜ ਕੇ ਆਖੋ ਵਾਹਿਗੁਰੂ। ਹੁਣ ਇਹ ਵੇਖੀਏ ਵੀ ਇਹੋ ਜਿਹਾ ਗੁਣ ਕਿਤੇ ਸਾਡੇ 'ਚ ਹੈਗਾ ਜੀ। ਹਾਂਜੀ। ਚਲੋ ਲੰਗਰ 'ਚ ਕੀ ਸੇਵਾ ਕਰਨੀ ਹੈ, ਮੈਂ ਬੰਦੇ ਵੇਖੇ ਜੀ, ਉਹਨਾਂ ਦੇ ਘਰ ਵੀ ਕੋਈ ਚਲੇ ਜੇ ਉਹਨਾਂ ਦੇ ਮੱਥੇ ਤੇ ਤਿਉੜੀ ਪੈ ਜਾਂਦੀ ਜੀ। ਹਾਂਜੀ। ਲੰਗਰ ਦੀ ਤੇ ਗੱਲ ਹੀ ਪਰਾਂ ਦੀ ਜੀ। ਹਾਂਜੀ। ਦੇਖ ਸੇਵ ਰੀਜੇ ਗੁਰਦੇਵ। ਤੇ ਦੇਖ ਸੇਵ ਰੀਝੇ ਗੁਰਦੇਵ। ਜਦੋਂ ਗੁਰੂ ਅਮਰਦਾਸ ਜੀ ਨੇ ਭਾਈ ਜੋਧ ਨੂੰ ਵੇਖਣਾ ਨਾ ਜੀ, ਤੇ ਮਹਾਰਾਜ ਬੜੇ ਖੁਸ਼ ਹੁੰਦੇ ਜੀ ਭਾਈ ਜੋਧ ਤੇ। ਭਾਈ ਜੋਧ ਬੜਾ ਹੀ ਚੰਗਾ ਹੈ, ਬੜੇ ਪਿਆਰ ਨਾਲ ਸੰਗਤ ਦੀ ਸੇਵਾ ਕਰਦਾ। ਹਰ ਇੱਕ ਸਿੱਖ ਨੂੰ ਗੁਰੂ ਦਾ ਰੂਪ ਜਾਣ ਕੇ ਸੇਵਾ ਕਰਦਾ ਜੀ। ਹਾਂਜੀ। ਸਤ ਨਾਮ ਕੇ ਗਿਆਨ ਕਰੇਵ। ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ। ਇੱਕ ਦਿਨ ਭਾਈ ਜੋਧ ਨੂੰ ਕਹਿੰਦੇ, ਭਾਈ ਜੋਧ ਅੱਗੇ ਆ। ਭਾਈ ਜੋਧ ਜੀ ਅੱਗੇ ਆਏ। ਗੱਜ ਕੇ ਆਖੋ ਵਾਹਿਗੁਰੂ। ਤੇ ਗੁਰੂ ਸਾਹਿਬ ਨੇ ਭਾਈ ਜੋਧ ਦੇ ਉੱਤੇ ਪਾਈ ਦ੍ਰਿਸ਼ਟੀ, ਤੇ ਭਾਈ ਜੋਧ ਦੇ ਅੰਦਰ ਸਿਮਰਨ ਚਲਾ ਦਿੱਤਾ ਜੀ ਮਹਾਰਾਜ ਨੇ ਜੀ। ਜਿਹੜੇ ਨਾਮ ਜਪਦੇ ਉਹਨਾਂ ਨੂੰ ਪਤਾ ਸਿਮਰਨ ਦਾ ਚੱਲਣਾ ਕੀ ਹੁੰਦਾ ਜੀ। ਆਪਾਂ ਤੇ 5-7 ਮਿੰਟ ਘੜੀ ਬੈਠ ਕੇ ਵਾਹਿਗੁਰੂ ਵਾਹਿਗੁਰੂ ਕਰੀਏ ਤਾਂ ਧਿਆਨ ਨਹੀਂ ਲੱਗਦਾ ਜੀ। ਹਾਂਜੀ। ਤੇ ਜਦੋਂ ਕਿਸੇ ਸਿੱਖ ਦੇ ਅੰਦਰ ਸਿਮਰਨ ਚੱਲ ਜਾਂਦਾ ਨਾ ਜੀ, ਫਿਰ ਸਿਮਰਨ ਨਹੀਂ ਬੰਦ ਹੁੰਦਾ ਤੇ ਆਨੰਦ ਹੀ ਆਨੰਦ ਬੰਦੇ ਦੇ ਅੰਦਰ ਹੋ ਜਾਂਦਾ ਜੀ। 8 ਪਹਿਰ ਹੀ ਨਾਮ ਜਪੀ ਜਾਂਦਾ ਬੰਦਾ ਜੀ। ਬੋਲ ਵੀ ਰਿਹਾ ਨਾ ਜੀ, ਮਾਨੋ ਕੋਈ ਬੰਦਾ ਬੋਲ ਰਿਹਾ, ਉਹਦੇ ਅੰਦਰ 8 ਪਹਿਰ ਨਾਮ ਚੱਲ ਰਿਹਾ ਜੀ। ਇਹ ਕਿਵੇਂ ਬਖਸ਼ਿਸ਼ ਕੀਤੀ ਮਹਾਰਾਜ ਨੇ? ਇਹ ਬਖਸ਼ਿਸ਼ ਕੀਤੀ ਭਾਈ ਜੋਧ ਦੀ ਸੇਵਾ ਵੇਖ ਕੇ ਜੀ। ਭਾਈ ਜੋਧ ਦਾ ਉਦਮੀ ਸੁਭਾਅ ਵੇਖ ਕੇ, ਭਾਈ ਜੋਧ ਦਾ ਵੇਖਿਆ ਮਹਾਰਾਜ ਨੇ ਰਹਿਣੀ ਬਹਿਣੀ ਕਥਨੀ ਸਹਿਣੀ, ਤੇ ਮਹਾਰਾਜ ਨੇ ਮਿਹਰ ਕੀਤੀ, ਸਿਮਰਨ ਦੀ ਦਾਤ ਦਿੱਤੀ ਜੀ ਉਹਨੂੰ ਜੀ। ਹਾਂਜੀ। ਜਨਮ ਮਰਨ ਕੋ ਦੁਖ ਨਿਵਾਰਾ। ਮਹਾਰਾਜ ਭਾਈ ਜੋਧ ਨੂੰ ਪਤਾ ਕੀ ਕਹਿਣ ਲੱਗੇ? ਮਹਾਰਾਜ ਕਹਿੰਦੇ, ਜੋਧ ਤੇਰਾ ਜਨਮ ਦਾ ਤੇ ਮਰਨ ਦਾ ਦੁੱਖ ਹੀ ਦੂਰ ਹੋ ਗਿਆ। ਮਹਾਰਾਜ ਕਹਿੰਦੇ ਅੱਜ ਤੋਂ ਬਾਅਦ ਤੇਰਾ ਜਨਮ ਨਹੀਂ ਹੋਏਗਾ, ਤੇ ਜਿਹਦਾ ਜਨਮ ਨਹੀਂ ਹੋਏਗਾ ਉਹਦੀ ਮੌਤ ਵੀ ਨਹੀਂ ਹੋਣੀ ਜੀ। ਜਨਮ ਮਰਨ ਦਾ ਦੁੱਖ ਦੂਰ ਕਰਤਾ। 84 ਲੱਖ ਜੂਨਾਂ ਦਾ ਚੱਕਰ ਜਿਹੜਾ ਨਾ ਜੀ, ਉਹ ਗੁਰੂ ਸਾਹਿਬ ਨੇ ਸੇਵਾ ਵੇਖ ਕੇ ਦੂਰ ਕਰ ਦਿੱਤਾ ਜੀ। ਗੱਜ ਕੇ ਆਖੋ ਵਾਹਿਗੁਰੂ। ਵੇਖ ਲਓ ਗੁਰੂ ਘਰ ਦੀ ਸੇਵਾ ਕਿੰਨੀ ਮਹਾਨ ਹੈ। ਜੇ ਕੋਈ ਪਿਆਰ ਨਾਲ ਗੁਰੂ ਜੀ ਦੇ ਸਿੱਖਾਂ ਦੀ ਸੇਵਾ ਕਰਦਾ ਤੇ। ਹਾਂਜੀ। ਪਾਇਓ ਪਦ ਜਹ ਆਨੰਦ ਉਦਾਰਾ। ਭਾਈ ਜੋਧ ਜੀ ਨੂੰ ਬ੍ਰਹਮ ਗਿਆਨੀ ਬਣਾਇਆ ਫਿਰ ਸੱਚੇ ਪਾਤਸ਼ਾਹ ਨੇ ਜੀ। ਆਨੰਦ ਦੀ ਅਵਸਥਾ 'ਚ ਮਗਨ ਹੋ ਗਏ ਜੀ। ਵੇਖ ਲਓ ਇੱਕ ਲਾਂਗਰੀ ਸਿੱਖ ਜੀ, ਜਿਸ ਗੁਰੂ ਦਾ ਲਾਂਗਰੀ ਵੀ ਬ੍ਰਹਮ ਗਿਆਨੀ ਹੋਏਗਾ, ਉਹ ਗੁਰੂ ਸਾਹਿਬ ਆਪ ਕਿੰਨੇ ਵੱਡੇ ਹੋਣਗੇ ਜੀ। ਤੇ ਤੁਸੀਂ ਸੋਚੋ, ਭਾਈ ਜੋਧ ਦੇ ਹੱਥੋਂ ਜਿਹੜਾ ਪ੍ਰਸ਼ਾਦਾ ਛਕਦਾ ਹੋਏਗਾ, ਉਹਦਾ ਵੀ ਨਾਮ ਜਪਣ ਨੂੰ ਜੀ ਕਰਦਾ ਹੋਏਗਾ ਜੀ।
ਚੰਗੇ ਬੰਦੇ ਨੇ ਪ੍ਰਸ਼ਾਦਾ ਬਣਾਇਆ ਹੋਵੇ ਤੇ ਚੰਗਾ ਬੰਦਾ ਵਰਤਾ ਰਿਹਾ ਹੋਵੇ, ਛਕਣ ਵਾਲਾ ਚੰਗਾ ਬਣ ਜਾਏਗਾ ਜੀ। ਹਾਂਜੀ, ਬਣਾਉਣ ਵਾਲਾ ਵੀ ਕਰੋਧੀ ਤੇ ਵਰਤਾਉਣ ਵਾਲਾ ਵੀ ਕਰੋਧੀ ਤੇ ਛਕਣ ਵਾਲਾ ਕਿੱਥੋਂ ਸ਼ਾਂਤ ਰਹੇਗਾ ਜੀ? ਉਹਦੇ ਅੰਦਰ ਵੀ ਕ੍ਰੋਧ ਆਏਗਾ ਜੀ, ਕ੍ਰੋਧ ਆਏਗਾ। ਤੇ ਬੀਬੀਆਂ ਨੂੰ ਬੇਨਤੀ, ਕਈ ਬੀਬੀਆਂ ਤੇ ਬਹੁਤ ਚੰਗੀਆਂ ਨੇ, ਹਾਂਜੀ, ਤੇ ਕਈ ਫਿਰ ਕਲਪਦੀਆਂ ਜਦੋਂ ਪ੍ਰਸ਼ਾਦਾ ਬਣਾਉਂਦੀਆਂ ਨਾ ਘਰਾਂ ਵਿੱਚ, ਤੇ ਖਾਣ ਵਾਲੇ ਵੀ ਕਲਪਦੇ ਰਹਿੰਦੇ ਤੇ ਘਰ 'ਚ ਕਲੇਸ਼ ਹੀ ਪਿਆ ਰਹਿੰਦਾ ਜੀ। ਇਹ ਨਿੱਕੀਆਂ ਨਿੱਕੀਆਂ ਗੱਲਾਂ ਨੇ। ਕਿਉਂ ਅਸੀਂ ਅਸ਼ਾਂਤ ਹਾਂ, ਕਿਉਂ ਅਸੀਂ ਪਰੇਸ਼ਾਨ ਹਾਂ? ਕਿਉਂਕਿ ਅਸੀਂ ਧਿਆਨ ਨਹੀਂ ਦਿੰਦੇ ਜੀ। ਜਦੋਂ ਭਾਈ ਜੋਧ ਨੇ ਛਕਾਉਣਾ ਪ੍ਰਸ਼ਾਦਾ ਤੇ ਛਕਣ ਵਾਲੇ ਦਾ ਮਨ ਵੀ ਨਾਮ ਵਿੱਚ ਜੁੜ ਜਾਂਦਾ ਸੀਗਾ ਜੀ। ਕੜਾਹ ਪ੍ਰਸ਼ਾਦ ਦੀ ਜਦੋਂ ਅਰਦਾਸ ਹੁੰਦੀ, ਹੁਣ ਵਾਲਿਆਂ ਨੇ ਤੇ ਕੰਮ ਹੀ ਬਦਲਤੇ ਅਰਦਾਸ ਦੇ ਵੀ। ਨਹੀਂ ਤੇ ਕੜਾਹ ਪ੍ਰਸ਼ਾਦ ਦੀ ਅਰਦਾਸ ਤੇ ਕੀ ਕਹਿੰਦੇ ਜੀ? ਸੱਚੇ ਪਾਤਸ਼ਾਹ ਆਪ ਜੀ ਦੀ ਹਜ਼ੂਰੀ ਵਿੱਚ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਆਪ ਜੀ ਭੋਗ ਲਾਓ ਤੇ ਜੋ ਜੀ ਛਕੇ ਆਪ ਜੀ ਦਾ ਪਵਿੱਤਰ ਨਾਮ ਜਪੇ। ਗੱਜ ਕੇ ਆਖੋ ਵਾਹਿਗੁਰੂ। ਇਹਦਾ ਅਸਰ ਸੀਗਾ ਜੀ। ਭਾਈ ਜੋਧ ਜੀ ਦੇ ਹੱਥੋਂ ਪ੍ਰਸ਼ਾਦਾ ਛਕ ਕੇ ਬੜੀ ਦੁਨੀਆ ਦਾ ਭਲਾ ਹੋਇਆ ਜੀ। ਹਾਂਜੀ। ਏਕ ਬਾਰ ਗਏ ਸਹਿਜ ਸੁਭਾਏ, ਹਾਂਜੀ। ਡੱਲੇ ਗ੍ਰਾਮ ਵਿਖੇ ਸੁਖ ਦਾਏ। ਇੱਕ ਵਾਰੀ ਸੱਚੇ ਪਾਤਸ਼ਾਹ ਗਰੀਬ ਨਵਾਜ ਡੱਲੇ ਪਿੰਡ ਵਿੱਚ ਗਏ ਜੀ। ਮੈਂ ਪਿੱਛੇ ਜੇ ਵੀ ਬੇਨਤੀ ਕੀਤੀ, ਡੱਲਾ ਪਿੰਡ ਕਿੱਥੇ ਹੈ? ਗੋਇੰਦਵਾਲ ਸਾਹਿਬ ਤੋਂ ਜਦੋਂ ਅਸੀਂ ਸੁਲਤਾਨਪੁਰ ਲੋਧੀ ਨੂੰ ਜਾਂਦੇ ਦਰਿਆ ਪਾਰ ਕਰਕੇ ਜੀ, ਤੇ ਸੁਲਤਾਨਪੁਰ ਲੋਧੀ ਸ਼ਹਿਰ ਹੈ ਨਾ ਜਿਹੜਾ, ਉੱਥੋਂ ਇੱਕ ਬੰਨੇ ਰੇਲਵੇ ਲਾਈਨ ਨੂੰ ਪਾਰ ਕਰਕੇ 2 ਕਿਲੋਮੀਟਰ ਦੀ ਦੂਰੀ ਤੇ ਡੱਲਾ ਪਿੰਡ ਹੈਗਾ ਜੀ। ਮਹਾਰਾਜ ਡੱਲੇ ਪਿੰਡ ਗਏ ਸੱਚੇ ਪਾਤਸ਼ਾਹ। ਹਾਂਜੀ। ਪ੍ਰਿਥੀ ਮਲ ਅਰ ਤੁਲਸਾ ਦੋਏ, ਹੁਤੇ ਜਾਤ ਕੇ ਪੱਲੇ ਸੋਏ। ਉੱਥੇ 2 ਸਿੱਖ ਰਹਿੰਦੇ ਆ, ਇੱਕ ਦਾ ਨਾਮ ਹੈ ਭਾਈ ਤੁਲਸਾ ਤੇ ਦੂਜੇ ਦਾ ਨਾਮ ਹੈ ਪ੍ਰਿਥੀ ਮਲ, ਤੇ ਦੋਵੇਂ ਭੱਲੇ ਨੇ ਜੀ। ਗੁਰੂ ਅਮਰਦਾਸ ਸਾਹਿਬ ਜੀ ਵੀ ਭੱਲੇ ਨੇ ਜੀ। ਹਾਂਜੀ। ਸੁਨ ਦਰਸ਼ਨ ਕੋ ਤਬ ਚੱਲ ਆਏ। ਉਹਨਾਂ ਨੂੰ ਪਤਾ ਲੱਗਾ ਵੀ ਸੱਚੇ ਪਾਤਸ਼ਾਹ ਮਹਾਰਾਜ ਡੱਲੇ ਪਿੰਡ ਆਏ ਆ, ਉਹ ਛੇਤੀ ਨਾਲ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਦੋਵੇਂ ਆਏ। ਹਾਂਜੀ। ਨਮੋ ਕਰੀ ਬੈਠੇ ਟਿਗ ਥਾਏ। ਮੱਥਾ ਟੇਕਿਆ ਜੀ ਤੇ ਮਹਾਰਾਜ ਦੇ ਲਾਗੇ ਬੈਠ ਗਏ। ਹਾਂਜੀ। ਉਰ ਹੰਕਾਰੀ ਗਿਰਾ ਉਚਾਰੀ। ਤੇ ਮਾਣ ਵਿੱਚ ਆ ਕੇ ਨਾ, ਮਾਣ ਵਿੱਚ ਆ ਕੇ ਮਹਾਰਾਜ ਗੁਰੂ ਅਮਰਦਾਸ ਜੀ ਨੂੰ ਕਹਿਣ ਲੱਗੇ ਜੀ ਉਹ। ਹਾਂਜੀ। ਏਕੋ ਜਾਤ ਹਮਾਰ ਤੁਮਾਰੀ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਫਿਰ ਕਹੋ ਵਾਹਿਗੁਰੂ। ਵਾਹਿਗੁਰੂ। ਕਹਿੰਦੇ ਮਹਾਰਾਜ ਆਪਣੀ ਇੱਕੋ ਹੀ ਜਾਤ ਹੈਗੀ ਹੈ, ਤੁਸੀਂ ਵੀ ਭੱਲੇ ਅਸੀਂ ਵੀ ਭੱਲੇ। ਬਾਣੀ ਚਾਹੁੰਦਾ ਨਾ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਨ ਆਵੇ। ਤੇ ਮਹਾਰਾਜ ਸਾਡੀ ਇੱਕੋ ਹੀ ਜਾਤ ਹੈ, ਤੁਸੀਂ ਵੀ ਭੱਲੇ ਅਸੀਂ ਵੀ ਭੱਲੇ। ਦੱਸੋ ਬੰਦਾ ਪੁੱਛੇ ਬਰਾਬਰੀ ਵੀ ਕਰਨੀ ਤੇ ਕਿ ਗੁਰੂ ਸਾਹਿਬ ਨਾਲ ਬਰਾਬਰੀ ਕਰ ਰਹੇ ਆਪਣੀ। ਹਾਂਜੀ। ਸ਼੍ਰੀ ਗੁਰ ਅਮਰ ਭਨਿਓ ਸੁਨ ਸੋਏ। ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੂੰ ਪਤਾ ਲੱਗ ਗਿਆ ਜੀ ਵੀ ਇਹ ਤੇ ਹੰਕਾਰੀ ਹੈਗੇ ਹੈ, ਜਾਤ ਦਾ ਅਭਿਮਾਨ ਕਰਦੇ ਆ। ਹਾਂਜੀ। ਜਾਤ ਪਾਤ ਗੁਰ ਕੀ ਨਹਿ ਕੋਏ। ਮਹਾਰਾਜ ਕਹਿੰਦੇ ਸੁਣ ਲੋ ਪ੍ਰਿਥੀ ਮਲ ਤੇ ਤੁਲਸਾ, ਗੁਰੂ ਦੀ ਕੋਈ ਜਾਤ ਨਹੀਂ ਹੈਗੀ। ਕਹਿਣ ਲੱਗੇ ਗੁਰੂ ਦੀ ਕੋਈ ਜਾਤ ਨਹੀਂ ਹੈਗੀ ਜੀ। ਤੇ ਜਿਹੜਾ ਗੁਰੂ ਘਰ ਵਿੱਚ ਵੀ ਆ ਕੇ ਆਖੇ ਜੀ ਮੈਂ ਜੱਟ, ਮੈਂ ਛੀਂਬਾ ਤੇ ਮੈਂ ਫਲਾਣਾ ਜੀ, ਹਾਂਜੀ ਮੈਂ ਤਰਖਾਣ ਹਾਂ ਜੀ, ਮੈਂ ਰਾਮਗੜੀਆਂ ਜੀ, ਉਹ ਰਾਮਗੜੀਆ ਜੱਟ ਛੀਂਬਾ ਤਰਖਾਣ ਤੇ ਹੋ ਸਕਦਾ, ਸਿੱਖ ਨਹੀਂ ਹੋ ਸਕਦਾ ਜੀ। ਕਿਉਂ? ਗੁਰੂ ਦੀ ਜਾਤ ਹੀ ਕੋਈ ਨਹੀਂ ਹੈਗੀ ਜੀ। ਹਾਂਜੀ। ਉਪਜਹਿ ਜੇ ਸਰੀਰ ਜਗ ਮਾਹੀ, ਇਨਕੀ ਜਾਤ ਸਾਚ ਸੋ ਨਾਹੀ। ਮਹਾਰਾਜ ਕਹਿੰਦੇ ਜਿਹੜੇ ਸਰੀਰ ਪੈਦਾ ਹੋਏ ਆ, ਇਹਨਾਂ ਦੀਆਂ ਜਿਹੜੀਆਂ ਜਾਤਾਂ ਬਣਾਈਆਂ ਨੇ ਸਭ ਝੂਠੀਆਂ ਨੇ। ਮਹਾਰਾਜ ਕਹਿੰਦੇ ਹਾਂਜੀ।
ਬਿਨਸ ਜਾਤ ਇਹੋ ਜਰ ਜਰ ਹੋਏ। ਸਰੀਰ ਨੇ ਤੇ ਬਿਨਸ ਜਾਣਾ। ਹਾਂਜੀ, ਆਗੇ ਜਾਤ ਜਾਤ ਨਹਿ ਕੋਏ। ਅੱਗੇ ਫਿਰ ਜਾਤ ਨਹੀਂ ਜਾਣੀ। ਸੰਗਤ ਜੀ ਬੜੇ ਧਿਆਨ ਨਾਲ ਬਚਨ ਸੁਣਿਓ। ਇੱਕ ਹੁੰਦਾ ਅੰਸ਼, ਇੱਕ ਹੁੰਦਾ ਬੰਸ਼। ਕੀ ਹੁੰਦਾ? ਇੱਕ ਹੁੰਦਾ ਅੰਸ਼, ਇੱਕ ਹੁੰਦਾ ਬੰਸ਼। ਸਰੀਰ ਦੀ ਬੰਸ਼ ਚੱਲਦੀ ਹੈ, ਪਰ ਆਤਮਾ ਦੀ ਬੰਸ਼ ਨਹੀਂ ਹੁੰਦੀ, ਆਤਮਾ ਦੀ ਅੰਸ਼ ਹੁੰਦੀ ਹੈ। ਦਾਸ ਨੇ ਪਹਿਲਾਂ ਬੇਨਤੀ ਕੀਤੀ, ਬਾਬਾ ਕਬੀਰ ਜੀ ਕਹਿੰਦੇ, ਕਹੋ ਕਬੀਰ ਤੂੰ ਰਾਮ ਕੀ ਅੰਸ਼ ਹੈ। ਅੰਸ਼ ਹੈ ਬੰਦਾ, ਆਤਮਾ ਦੀ ਬੰਸ਼ ਨਹੀਂ ਹੈ, ਆਤਮਾ ਦਾ ਅੰਸ਼ ਹੈ। ਅੰਸ਼ ਨੇ ਵਾਹਿਗੁਰੂ ਦੇ ਨਾਲ ਮਿਲਣਾ ਜੀ। ਹਾਂਜੀ। ਸ਼੍ਰੀ ਮੁਖ ਵਾਕ ਮਹੱਲਾ ਪਹਿਲਾ। ਅੱਗੇ ਜਾਤ ਨਾ ਜੋਰ ਹੈ, ਅੱਗੇ ਜਿਉ ਨਵੇ। ਮਹਾਰਾਜ ਨੇ ਫਿਰ ਗੁਰੂ ਅਮਰਦਾਸ ਸਾਹਿਬ ਜੀ ਨੇ ਗੁਰੂ ਨਾਨਕ ਸਾਹਿਬ ਜੀ ਦਾ ਨਾ ਮੁੱਖ ਵਾਕ ਸੁਣਾਇਆ, ਅੱਗੇ ਜਾਤ ਨਾ ਜੋਰ ਹੈ। ਅੱਗੇ ਆਤਮਾ ਨੇ ਜਦੋਂ ਸਰੀਰ ਛੱਡਣਾ, ਨਾ ਉਹਦੀ ਜਾਤ ਹੀ ਕੰਮ ਆਉਣੀ, ਨਾ ਉਹਦਾ ਬਾਲੀ ਸਰੀਰ ਦਾ ਕੰਮ ਆਉਣਾ, ਉਹ ਤਾਂ ਥੱਲੇ ਰਹਿ ਗਿਆ ਜੀ। ਅੱਗੇ ਜਿਉ ਨਵੇਂ, ਅੱਗੇ ਤੇ ਨਵੇਂ ਮਿਲਣੇ ਮਹਾਰਾਜ ਕਹਿੰਦੇ। ਹਾਂਜੀ। ਜਿਨ ਕੀ ਲੇਖੈ ਪਤ ਪਵੈ, ਚੰਗੇ ਸੇਈ ਕੇ। ਜਿਨ੍ਹਾਂ ਦੀ ਇੱਜ਼ਤ ਹੈ ਨਾਮ ਜਪ ਜਪ ਕੇ, ਅੱਗੇ ਉਹੀ ਚੰਗੇ ਹੈਗੇ ਮਹਾਰਾਜ ਕਹਿੰਦੇ। ਕੋਈ ਆਖੇ ਮੈਂ ਬਾਹਮਣ ਹੈਗਾ ਤੇ ਸ਼ਾਇਦ ਮੈਂ ਸੱਚਖੰਡ ਪਹੁੰਚ ਜੂੰ, ਕਦੀ ਨਹੀਂ ਪਹੁੰਚ ਸਕਦਾ ਜੀ। ਨਾਮ ਜਪ ਕੇ ਜਾਏਗਾ। ਕਰੋ ਅਭਿਆਸ, ਜਪੋ ਨਾਮ। ਇੱਕ ਥਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਮਹਾਰਾਜ ਕਹਿੰਦੇ ਹੈ, ਨਾ ਕੁੱਲ ਵੱਡੀ ਨਾ ਜਾਤ ਵੱਡੀ, ਸਿਮਰਨ ਵੱਡਾ ਜੀ। ਨੀਵੀਂ ਜਾਤ ਵਾਲਾ ਬੰਦਾ ਸਿਮਰਨ ਕਰ ਲੇ, ਉੱਚਾ ਹੋ ਜਾਂਦਾ ਜੀ। ਸੋ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਧੰਨ ਗੁਰੂ ਅਮਰਦਾਸ ਸਾਹਿਬ ਜੀ ਇਸ ਤਰੀਕੇ ਨਾਲ ਕੌਤਕ ਕਰਕੇ ਦੁਨੀਆ ਨੂੰ ਧਾਰ ਰਹੇ ਹੈ। ਤੇ ਹੁਣ ਮਹਾਰਾਜ ਕਹਿੰਦੇ ਸਿਮਰਨ ਵਾਲਾ ਵੱਡਾ। 2 ਮਿੰਟ ਸਿਮਰਨ ਕਰ ਲਈਏ ਐ ਗੱਜ ਕੇ, ਸਾਵਧਾਨ ਹੋ ਕੇ, ਫਿਰ ਦਾਸ ਖਿਮਾ ਮੰਗੇਗਾ। ਪ੍ਰੇਮ ਨਾਲ ਗੱਜ ਕੇ ਕਹੋ, ਵਾਹਿਗੁਰੂ 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 ਐ ਗੱਜ ਕੇ, ਸਾਵਧਾਨ ਹੋ ਕੇ। ਹਾਂਜੀ। ਮਨ ਭੱਜ ਕੇ ਜਾਏਗਾ ਕਿੱਥੇ ਜੀ? ਹੈਗਾ ਤੇ ਸਾਡੇ ਅਧੀਨ ਹੀ ਹੈ ਨਾ। ਇਹਨੂੰ ਲਿਆਓ ਘੇਰ ਕੇ, ਗੱਜ ਕੇ ਕਹੋ, ਵਾਹਿਗੁਰੂ 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 ਵਾਹਿਗੁਰੂ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਅਗਲਾ ਪ੍ਰਸੰਗ ਆਪਾਂ ਕੱਲ ਨੂੰ ਸਰਵਣ ਕਰਾਂਗੇ। ਸਾਰੀਆਂ ਸਿੱਖ ਸੰਗਤਾਂ ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਅੱਜ